ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। मान करूं तुझे ऊपरे मेरे प्रीतम प्यारे। हम अपराधी सद भूलते, तुम बख्शण हारे। लिखे कतहि न छूटिए, लिखे कतहि न छूटिए। खिन खिन भूलन हार,
ਬਖਸ਼ਨਹਾਰ ਬਖਸ਼ ਲੈ, ਬਖਸ਼ਨਹਾਰ ਬਖਸ਼ ਲੈ। ਨਾਨਕ ਪਾਰ ਉਤਾਰ, ਜਪ ਮਨ ਸਤਿਨਾਮ, ਜਪ ਮਨ ਸਤਿਨਾਮ, ਸਦਾ ਸਤਿਨਾਮ। ਜਪ ਮਨ ਸਤਿਨਾਮ, ਸਦਾ ਸਤਿਨਾਮ। ਜਪ ਮਨ ਸਤਿਨਾਮ, ਸਦਾ ਸਤਿਨਾਮ। ਜਪ ਮਨ ਸਤਿਨਾਮ, ਸਦਾ ਜਪ ਮਨ ਸਤਿਨਾਮ, ਸਦਾ ਸਤਿਨਾਮ। 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 ਸਦਾ ਸਤਿਨਾਮ। ਸਦਾ ਸਤਿਨਾਮ, 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 ਸਦਾ ਸਤਿਨਾਮ। ਸਦਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੈ ਵਸ ਹੈ ਕਾਮ ਤਿਨਾ। ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵਹਿ ਮੇਰੇ ਮਨਾ। ਜਪ ਮਨ ਸਤਿਨਾਮ, ਸਦਾ ਸਤਿਨਾਮ।
ਹਲਤ ਪਲਤ ਮੁਖ ਉਜਲ ਹੋਈ ਹੈ। ਨਿਤ ਧਿਆਈਐ ਹਰ ਪੁਰਖ ਨਿਰੰਜਣਾ। ਜਹ ਹਰ ਸਿਮਰਨ ਭਇਆ ਤਹ ਉਪਾਦ ਗਤ ਕੀਨੀ। ਵੱਡ ਭਾਗੀ ਹਰ ਜਪਣਾ, ਵੱਡ ਭਾਗੀ ਹਰ ਜਪਣਾ। ਜਨ ਨਾਨਕ ਕੋ ਗੁਰ ਇਹ ਮਤ ਦੀਨੀ। ਜਨ ਨਾਨਕ ਕੋ ਗੁਰ ਇਹ ਮਤ ਦੀਨੀ। ਜਪ ਹਰ ਭਵ ਜਲ ਤਰਨਾ, ਜਪ ਹਰ ਭਵ ਜਲ ਤਰਨਾ। ਜਪ ਮਨ ਸਤ ਨਾਮ, ਸਦਾ ਸਤ ਨਾਮ। ਭਵ ਜਲ ਤਰ ਜਾਈਦਾ, ਜਪ ਕੇ ਨਾਮ ਹਰੀ ਦਾ। ਭਵ ਜਲ ਤਰ ਜਾਈਦਾ, ਜਪ ਕੇ ਨਾਮ ਹਰੀ ਦਾ। ਭਵ ਜਲ ਤਰ ਜਾਈਦਾ, ਜਪ ਕੇ ਨਾਮ ਹਰੀ ਦਾ। ਭਵ ਜਲ ਤਰ ਜਾਈਦਾ, ਭਵ ਜਲ ਤਰ ਜਾਈਦਾ, ਜਪ ਕੇ ਨਾਮ ਹਰੀ ਦਾ। ਭਵ ਜਲ ਤਰ ਜਾਈਦਾ, ਜਪ ਕੇ ਨਾਮ ਹਰੀ ਦਾ। ਭਵ ਜਲ ਤਰ ਜਾਈਦਾ, ਜਪ ਕੇ ਨਾਮ ਹਰੀ ਦਾ। ਭਵ ਜਲ ਤਰ ਜਾਈਦਾ, ਜਪ ਕੇ ਨਾਮ ਹਰੀ ਦਾ। ਭਵ ਜਲ ਤਰ ਜਾਈਦਾ, ਜਪ ਕੇ ਨਾਮ ਹਰੀ ਦਾ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ, ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵੱਡਿਆਂ ਭਾਗਾਂ ਵਾਲੇ ਹੋ। ਦੂਰੋਂ ਨੇੜਿਓਂ ਚੱਲ ਕੇ ਗਰੀਬ ਨਵਾਜ ਸੱਚੇ ਪਾਤਸ਼ਾਹ ਤਖਤ ਚਵਰ ਛਤਰ ਜੀ ਦੇ ਮਾਲਕ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਾਹਿਬਾਂ ਦੇ ਪਿਆਰ ਅੰਦਰ ਜੁੜ ਬੈਠੇ ਹੋ। ਸਭ ਸੰਗਤਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰਨੀ ਜੀ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਇੱਕ ਵਾਰੀ ਸਾਰੇ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਮਹਾਰਾਜ ਜੀ ਨੇ ਕਿਰਪਾ ਕੀਤੀ ਜੋ ਹਫ਼ਤਾਵਾਰੀ ਸਮਾਗਮਾਂ ਦੇ ਅੰਦਰ ਸਾਨੂੰ ਹਰਜਸ ਕਰਨ ਦਾ, ਸਤਸੰਗ ਕਰਨ ਦਾ ਮਹਾਰਾਜ ਜੀ ਨੇ ਇਹ ਵੇਲਾ ਬਖਸ਼ਿਸ਼ ਕੀਤਾ ਹੈ।
ਆਪ ਜੀ ਨੇ ਸਾਡੇ ਤੋਂ ਪਹਿਲਾਂ ਗੁਰੂ ਸਵਾਰਿਆਂ ਪਾਸੋਂ ਤੁਰਕੀ ਬਾਣੀ ਦਾ ਅੰਮ੍ਰਿਤਮਈ ਕੀਰਤਨ ਸਰਵਣ ਕੀਤਾ। ਆਓ ਕੁਝ ਸਮਾਂ ਹੋਰ ਸਤਸੰਗ ਕਰਕੇ ਇਸ ਸਮੇਂ ਨੂੰ ਸਫਲ ਬਣਾਈਏ। ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਇਸ ਪਾਵਨ ਸ਼ਬਦ ਦੇ ਵਿੱਚ ਮਹਾਰਾਜ ਜੀ ਕਿਰਪਾ ਕਰਦੇ ਨੇ, ਕਹਿੰਦੇ ਕਿ ਉਸ ਪਰਮੇਸ਼ਵਰ ਦੇ ਸੱਚੇ ਨਾਮ ਨੂੰ ਜਪੀਏ। ਜਪ ਮਨ ਸਤਨਾਮ ਸਦਾ ਸਤਨਾਮ, ਸੱਚੇ ਨਾਮ ਨੂੰ ਜਪ ਤੇ ਸਦਾ ਹੀ ਜਪ। ਆਪਣੇ ਮਨ ਨੂੰ ਸੰਬੋਧਨ ਕਰਦੇ ਹਾਂ। ਮਹਾਰਾਜ ਜੀ ਸਾਨੂੰ ਉਪਦੇਸ਼ ਕਰਦੇ ਨੇ, ਸਾਨੂੰ ਸਿੱਖਿਆ ਦਿੰਦੇ ਨੇ। ਕੇਵਲ ਤੇ ਕੇਵਲ ਉਸ ਵਾਹਿਗੁਰੂ ਦਾ, ਪਰਮਾਤਮਾ ਦਾ ਨਾਮ ਸੱਚਾ ਹੈ, ਕਿਉਂਕਿ ਸਦਾ ਰਹਿਣ ਵਾਲਾ ਹੈ। ਇਸੇ ਕਰਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਚਨ ਕਹੇ। ਮੂਲ ਮੰਤਰ ਦੇ ਵਿੱਚ ਆਪਾਂ ਪੜ੍ਹਦੇ ਹਾਂ, ਆਦ ਸੱਚ ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਜੋ ਸਦਾ ਰਹਿਣ ਵਾਲਾ ਹੈ, ਆਦ ਦੇ ਵਿੱਚ ਵੀ ਹੈ। ਜਦੋਂ ਯੁੱਗ ਬਣੇ, ਯੁੱਗਾਂ ਦੀ ਆਰੰਭਤਾ ਹੋਈ, ਉਦੋਂ ਵੀ ਹੈ, ਹੁਣ ਵੀ ਹੈ, ਤੇ ਜਦੋਂ ਕੁਝ ਨਹੀਂ ਹੋਏਗਾ ਉਹ ਫਿਰ ਵੀ ਹੋਏਗਾ। ਤੇ ਮਹਾਰਾਜ ਕਹਿੰਦੇ ਹਲਤ ਪਲਤ ਮੁਖ ਊਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਹਲਤ ਪਲਤ ਤੇਰਾ ਮੁਖ ਉਜਲ ਹੋਏਗਾ ਜੇ ਨਿਤ ਤੂੰ ਉਸ ਪੁਰਖ ਨਿਰੰਜਨ ਨੂੰ ਧਿਆਏਗਾ। ਹਲਤ ਇਸ ਲੋਕ ਦੇ ਵਿੱਚ ਵੀ ਤੇ ਪਲਤ ਪ੍ਰਲੋਕ ਦੇ ਵਿੱਚ ਵੀ। ਜਿਹੜੇ ਨਾਮ ਜਪਦੇ ਨੇ, ਬੰਦਗੀ ਕਰਦੇ ਨੇ, ਭਜਨ ਕਰਦੇ ਨੇ, ਬਾਣੀ ਪੜ੍ਹਦੇ ਨੇ, ਸੇਵਾ ਕਰਦੇ ਨੇ, ਮਹਾਰਾਜ ਕਹਿੰਦੇ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਨਾਲੇ ਤੇ ਆਪਣਾ ਮੁਖ ਉਜਲਾ ਕਰਕੇ ਇਸ ਲੋਕ ਤੋਂ ਜਾਂਦੇ ਨੇ, ਸੰਸਾਰ ਤੋਂ, ਤੇ ਹੋਰ ਕਈਆਂ ਨੂੰ ਬੰਧਨਾਂ ਤੋਂ ਛੁਡਾ ਕੇ ਲੈ ਜਾਂਦੇ ਨੇ, ਬੰਧਨ ਮੁਕਤ ਕਰ ਦਿੰਦੇ ਨੇ। ਪਰਮੇਸ਼ਵਰ ਦੇ ਨਾਮ ਦੇ ਵਿੱਚ ਐਸੀ ਵਡਿਆਈ ਹੈ। ਸਾਨੂੰ ਜਨਮ ਮਿਲਿਆ, ਤੇ ਮਹਾਰਾਜ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਇਹ ਸਰੀਰਾ ਮੇਰਿਆ ਇਸ ਜਗ ਮੇਂ ਆਏ ਕਹਿ ਕਿਆ ਤੁਧ ਕਰਮ ਕਮਾਇਆ। ਹੁਣ ਸਰੀਰ ਤੇ ਮਿਲਿਆ, ਪਰ ਕਰਮ ਕੀ ਕਮਾਇਆ? ਕਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮੇਂ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਉਸ ਹਰੀ ਨੂੰ, ਪਰਮਾਤਮਾ ਨੂੰ ਤੇ ਮਨ ਦੇ ਵਿੱਚ ਵਸਾਇਆ ਹੀ ਨਹੀਂ। ਆਪਾਂ ਅੱਗੇ ਕਈ ਵਾਰ ਬੇਨਤੀ ਕੀਤੀ ਹੈ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪੰਥ ਚਲਾਇਆ, ਸਿੱਖ ਪੰਥ ਜਿਹਨੂੰ ਆਪਾਂ ਕਹਿੰਦੇ ਆ, ਸਿੱਖ ਪੰਥ। ਤੇ ਪੰਥ ਦੇ ਜੇ ਅਰਥ ਕਰੀਏ ਸਿੱਧੇ ਸਿੱਧੇ ਹੋਏ, ਪੰਥ ਦਾ ਅਰਥ ਹੁੰਦਾ ਹੈ ਰਾਹ। ਇਸ ਸੰਸਾਰ ਤੋਂ ਨਿਰੰਕਾਰ ਦੇ ਘਰ ਤੱਕ ਜਾਣ ਵਾਲਾ ਰਾਹ।
ਮਹਾਰਾਜ ਨੇ ਇਹੋ ਜਿਹਾ ਰਾਹ ਵਿਖਾਇਆ ਸੰਸਾਰ ਨੂੰ, ਭਾਈ ਆਹ ਰਾਹ ਜਾਂਦਾ ਹੈ ਜਿਹਦੇ 'ਚ ਕੋਈ ਵਹਿਮ ਨਹੀਂ, ਕੋਈ ਭਰਮ ਨਹੀਂ, ਕੋਈ ਪਖੰਡ ਨਹੀਂ। ਵਹਿਮਾਂ ਭਰਮਾਂ ਤੋਂ, ਕਰਮਾਂ ਕਾਂਡਾਂ ਤੋਂ, ਪਖੰਡਾਂ ਤੋਂ ਨਿਆਰਾ ਰਾਹ ਮਹਾਰਾਜ ਜੀ ਦੱਸ ਕੇ ਗਏ। ਮਹਾਰਾਜ ਕਹਿੰਦੇ ਭਾਈ ਸੰਸਾਰ ਤੋਂ ਭਜਣਾ ਨਹੀਂ, ਜ਼ਿੰਮੇਵਾਰੀਆਂ ਤੋਂ ਭਜਣਾ ਨਹੀਂ, ਪਰਿਵਾਰ ਨੂੰ ਛੱਡਣਾ ਨਹੀਂ, ਪਰਿਵਾਰ ਦੇ ਵਿੱਚ ਰਹਿ ਜ਼ਿੰਮੇਵਾਰੀਆਂ ਨਿਭਾ, ਸੰਸਾਰ ਦੇ ਵਿੱਚ ਰਹਿ ਕੇ ਆਪਣੇ ਅੰਦਰੋਂ ਸੰਸਾਰ ਦੀ ਪਕੜ ਜਿਹੜੀ ਹੈ ਉਹ ਛੱਡ ਦੇ। ਸਾਡੇ ਅੰਦਰ ਸੰਸਾਰ ਦੀ ਪਕੜ ਏ, ਪਰਿਵਾਰ ਦੇ ਮੋਹ ਦੀ ਪਕੜ ਏ, ਪਦਾਰਥਾਂ ਦੇ ਨਾਲ ਸਾਡਾ ਮਨ ਜੁੜਿਆ ਹੋਇਆ ਹੈ। ਹੁਣ ਅਸਲ ਦੇ ਵਿੱਚ ਆਪਾਂ ਸਤ ਸੰਗਤ ਵਿੱਚ ਆਉਂਦੇ ਆ ਜਾਂ ਗੁਰੂ ਦੁਆਰੇ ਆਉਂਦੇ ਆ, ਗੁਰੂ ਦੇ ਦਰ ਤੇ ਆਉਂਦੇ ਆ। ਸਾਡੀਆਂ ਲੋੜਾਂ ਸਾਨੂੰ ਲੈ ਕੇ ਆਉਂਦੀਆਂ ਨੇ, ਸਾਡੀਆਂ ਸਭ ਦੀਆਂ ਲੋੜਾਂ ਆਪੋ ਆਪਣੀਆਂ ਨੇ। ਕਿਸੇ ਦੀ ਕੋਈ ਲੋੜ ਹੈ, ਕਿਸੇ ਦੀ ਕੋਈ ਇੱਛਾ ਹੈ, ਕੋਈ ਭਾਵਨਾ ਲੈ ਕੇ ਆਇਆ ਹੈ। ਅਸੀਂ ਆਪਣੇ ਸਵਾਰਥਾਂ ਕਰਕੇ ਗੁਰੂ ਦੇ ਦਰ ਤੇ ਆਉਂਦੇ ਆ। ਸਾਡੇ ਜਿਹੜੇ ਸਵਾਰਥ ਨੇ, ਸਾਡੀਆਂ ਲੋੜਾਂ, ਸਾਡੇ ਦੁੱਖ ਜਿਹੜੇ ਨੇ ਸਾਨੂੰ ਗੁਰੂ ਦੇ ਘਰ ਲੈ ਕੇ ਆਉਂਦੇ ਨੇ। ਇਹ ਸੱਚਾਈ ਹੈ। ਕੋਈ ਵਿਰਲਾ ਹੁੰਦਾ ਹੈ ਜਿਹੜਾ ਗੁਰੂ ਦਾ ਸ਼ੁਕਰ ਕਰਨ ਵਾਸਤੇ ਸੁੱਖ ਦੇ ਵਿੱਚ ਵੀ ਗੁਰੂ ਦੇ ਦਰ ਤੇ ਆਉਂਦਾ ਹੈ। ਤੇ ਮਹਾਰਾਜ ਕਹਿੰਦੇ ਨੇ ਇਹ ਬੰਦੇ ਦਾ ਸੁਭਾਅ ਹੈ, ਇਹਨੂੰ ਜਦੋਂ ਦੁੱਖ ਹੁੰਦਾ ਹੈ ਉਦੋਂ ਹੀ ਰੱਬ ਚੇਤੇ ਆਉਂਦਾ ਹੈ, ਸੁੱਖ ਦੇ ਵਿੱਚ ਇਹ ਭੁੱਲ ਜਾਂਦਾ ਹੈ ਰੱਬ ਨੂੰ। ਇਹ ਸਾਡਾ ਇਨਸਾਨੀ ਸੁਭਾਅ ਹੈ। ਅਸੀਂ ਦੁੱਖ ਦੇ ਵਿੱਚ ਰੱਬ ਨੂੰ ਯਾਦ ਕਰਦੇ ਹਾਂ। ਜਦੋਂ ਕੋਈ ਆਸਰਾ ਨਹੀਂ ਨਾ ਦਿਸਦਾ, ਫਿਰ ਸਾਨੂੰ ਗੁਰੂ ਚੇਤੇ ਆਉਂਦਾ ਹੈ। ਤੇ ਸੁੱਖ ਦੇ ਵਿੱਚ ਅਸੀਂ ਗੁਰੂ ਨੂੰ ਭੁੱਲ ਜਾਂਦੇ ਹਾਂ, ਕਿਉਂਕਿ ਸਾਡੀ ਜਿਹੜੀ ਬਿਰਤੀ ਹੈ ਉਹ ਇੱਕ ਸਮਾਨ ਨਹੀਂ ਰਹਿੰਦੀ। ਜਦੋਂ ਬਾਣੀ ਪੜਾਂਗੇ, ਨਾਮ ਜਪਾਂਗੇ ਜਾਂ ਸੇਵਾ ਕਰਾਂਗੇ ਭਾਵਨਾ ਦੇ ਨਾਲ, ਫਿਰ ਐਸੀ ਬਖਸ਼ਿਸ਼ ਹੁੰਦੀ ਹੈ ਜਿਹੜੀ ਮਨ ਦੀ ਬਿਰਤੀ ਹੁੰਦੀ ਹੈ ਉਹ ਇੱਕ ਸਮਾਨ ਹੋ ਜਾਂਦੀ ਹੈ। ਬੈਲੈਂਸ ਰਹਿੰਦਾ ਹੈ ਦੁੱਖ ਤੇ ਸੁੱਖ ਦੇ ਵਿੱਚ। ਮਹਾਰਾਜ ਕਹਿੰਦੇ ਨੇ ਦੁੱਖ ਪਏ ਤੇ ਸਿਮਰੀਏ ਐਸਾ ਸਿਮਰੋ ਨਿਤ। ਅਸੀਂ ਦੁੱਖ ਪਏ ਤੇ ਯਾਦ ਕਰਦੇ ਹਾਂ, ਰੱਬ ਨੂੰ ਨਾਮ ਜਪਦੇ ਹਾਂ, ਪਰ ਮਹਾਰਾਜ ਕਹਿੰਦੇ ਰੋਜ਼ ਹੀ ਯਾਦ ਕਰ, ਦੁੱਖ ਫਿਰ ਆਏਗਾ ਹੀ ਨਹੀਂ। ਅਸੀਂ ਦੁੱਖ ਦੇ ਵਿੱਚ ਯਾਦ ਕਰਦੇ ਹਾਂ ਨਾ, ਦੁੱਖ ਆਇਆ। ਬੇਨਤੀ ਹੈ ਬੀਬੀਆਂ ਵਾਲੇ ਪਾਸੇ ਜਿਨ੍ਹਾਂ ਦੇ ਨਾਲ ਬੱਚੇ ਆਏ ਨੇ, ਭਾਈ ਬੱਚਿਆਂ ਨੂੰ ਚੁੱਪ ਕਰਾਓ। ਹਮੇਸ਼ਾ ਧਿਆਨ ਰੱਖਣਾ ਚਾਹੀਦਾ ਹੈ। ਗੁਰਦਰਬਾਰ ਦੇ ਵਿੱਚ ਸਾਡੀ ਜ਼ਿੰਮੇਵਾਰੀ ਬਣਦੀ ਹੈ, ਜੇ ਬੱਚਿਆਂ ਨੂੰ ਨਾਲ ਲੈ ਕੇ ਆਉਂਦੇ ਆ ਤੇ ਯਤਨ ਹੋਣਾ ਚਾਹੀਦਾ ਸਾਡੇ ਕਰਕੇ ਜਾਂ ਸਾਡੇ ਬੱਚਿਆਂ ਕਰਕੇ ਕਿਸੇ ਦਾ ਧਿਆਨ ਨਾ ਟੁੱਟੇ। ਹੁਣ ਦੁੱਖ ਦੇ ਵਿੱਚ ਯਾਦ ਕਰਦੇ ਹਾਂ, ਠੀਕ ਹੈ, ਸਵਾਰਥਾਂ ਕਰਕੇ ਅਸੀਂ ਗੁਰੂ ਦੇ ਦਰ ਤੇ ਆਉਂਦੇ ਹਾਂ, ਪਰ ਜੇ ਸਵਾਰਥ ਸਾਡਾ ਪੂਰਾ ਹੋ ਜੇ ਤੇ ਅਸੀਂ ਪਰਮਾਰਥ ਵਾਲੇ ਪਾਸੇ ਚੱਲ ਪਈਏ, ਫਿਰ ਬੜੀ ਚੰਗੀ ਗੱਲ ਹੈ। ਸਮਝਿਓ,
ਅਸੀਂ ਇੱਕ ਮੰਗ ਲੈ ਕੇ ਆਏ ਗੁਰੂ ਦਰਬਾਰ ਦੇ ਵਿੱਚ, ਮਹਾਂਪੁਰਖਾਂ ਦੀ ਸੰਗਤ ਆਪਾਂ ਕਰਦੇ ਹਾਂ, ਸਾਡੀ ਉਹ ਮੰਗ ਪੂਰੀ ਹੋ ਗਈ। ਜਦੋਂ ਤੇ ਲੋੜ ਸੀ, ਅਜੇ ਮੰਗ ਪੂਰੀ ਨਹੀਂ ਸੀ ਹੋਈ। ਸਾਡੀ ਭਾਵਨਾ ਕੁਝ ਹੋਰ ਹੁੰਦੀ ਹੈ, ਜਦੋਂ ਸਾਡੀ ਲੋੜ ਪੂਰੀ ਹੋ ਜਾਂਦੀ ਹੈ ਸਾਡੀ ਭਾਵਨਾ ਕੁਝ ਹੋਰ ਹੋ ਜਾਂਦੀ ਹੈ। ਜਿਵੇਂ ਆਪਾਂ ਆਮ ਵੇਖਿਆ ਹੋਏਗਾ, ਜਦੋਂ ਕਿਸੇ ਬੰਦੇ ਨੂੰ ਸਾਡੇ ਤੋਂ ਕੋਈ ਲੋੜ ਹੁੰਦੀ ਹੈ ਤੇ ਉਹਦੇ ਬੋਲਣ ਦੇ ਵਿੱਚ ਬੜਾ ਫਰਕ ਹੁੰਦਾ ਹੈ। ਜਦੋਂ ਉਹਦੀ ਲੋੜ ਪੂਰੀ ਹੋ ਜਾਂਦੀ ਹੈ ਤੇ ਉਹ ਬੰਦਾ ਕੋਲੋਂ ਲੱਗ ਜਾਂਦਾ, ਫਿਰ ਸਤਿ ਸ੍ਰੀ ਅਕਾਲ ਵੀ ਨਹੀਂ ਬੁਲਾਉਂਦਾ। ਇਸੇ ਤਰ੍ਹਾਂ ਜਦੋਂ ਅਸੀਂ ਗੁਰੂ ਦਰਬਾਰ ਦੇ ਵਿੱਚ ਆਉਂਦੇ ਆ ਨਾ, ਮੰਗ ਲੈ ਕੇ, ਬੜੀ ਭਾਵਨਾ ਹੁੰਦੀ ਹੈ, ਬੜੀ ਸ਼ਰਧਾ ਹੁੰਦੀ ਹੈ, ਸੇਵਾ ਵੀ ਕਰਦੇ ਹਾਂ, ਬਾਣੀ ਵੀ ਪੜ੍ਹਦੇ ਹਾਂ, ਨਾਮ ਵੀ ਜਪਦੇ ਹਾਂ। ਜਦੋਂ ਮੰਗ ਪੂਰੀ ਹੋ ਜਾਂਦੀ ਹੈ ਫਿਰ ਬਦਲ ਜਾਂਦਾ ਹੈ ਸਭ ਕੁਝ। ਪਰ ਚਾਹੀਦਾ ਕੀ ਹੈ? ਸਵਾਰਥ ਜਦੋਂ ਸਾਡਾ ਪੂਰਾ ਹੋ ਜੇ, ਮੰਗ ਸਾਡੀ ਪੂਰੀ ਹੋ ਜੇ, ਅਸੀਂ ਸਵਾਰਥ ਨੂੰ ਛੱਡ ਕੇ ਫਿਰ ਪਰਮਾਰਥ ਵਾਲੇ ਪਾਸੇ ਚੱਲ ਪਈਏ ਕਿ ਮਾਲਕਾ ਤੂੰ ਬੜੀ ਕਿਰਪਾ ਕੀਤੀ, ਮੇਰੀ ਲੋੜ ਨੂੰ ਪੂਰੀਆਂ ਕੀਤਾ, ਮੇਰੀ ਅਰਦਾਸ ਸੁਣੀ, ਮੇਰੀ ਬੇਨਤੀ ਤੂੰ ਸੁਣ ਲਈ। ਪਰ ਅਸਲ ਦੇ ਵਿੱਚ ਕੀ ਹੁੰਦਾ ਹੈ? ਦਾਤ ਲੈ ਕੇ ਤੇ ਅਸੀਂ ਦਾਤੇ ਨੂੰ ਵਸਾਰ ਦਿੰਦੇ ਹਾਂ। ਦਾਤ ਪਿਆਰੀ ਵਿਸਰਿਆ ਦਾਤਾਰਾ। ਦਾਤ ਪਿਆਰੀ ਲੱਗ ਜਾਂਦੀ ਹੈ ਜਦੋਂ ਦਾਤ ਮਿਲ ਜੇ ਨਾ। ਫਿਰ ਦਾਤ ਪਿਆਰੀ ਲੱਗਦੀ ਹੈ ਤੇ ਦਾਤ ਦੇਣ ਵਾਲੇ ਦਾਤੇ ਨੂੰ ਅਸੀਂ ਵਸਾਰ ਦਿੰਨੇ ਆ, ਭੁੱਲ ਜਾਂਦੇ ਆ। ਪਰ ਚਾਹੀਦਾ ਕੀ ਸੀ? ਜਿਨੇ ਦਾਤ ਦਿੱਤੀ ਹੈ ਉਸ ਦਾਤੇ ਦੇ ਸ਼ੁਕਰ ਦੇ ਵਿੱਚ ਜੁੜਨਾ ਚਾਹੀਦਾ ਸੀ ਕਿ ਮਾਲਕਾ ਤੇਰਾ ਸ਼ੁਕਰ ਹੈ, ਮੈਂ ਇਸ ਯੋਗ ਨਹੀਂ ਸਾਂ ਪਰ ਤੂੰ ਫਿਰ ਵੀ ਬੜੀ ਕਿਰਪਾ ਕੀਤੀ ਹੈ, ਮੇਰੀ ਸੁਣ ਲਈ। ਪਰ ਸਾਡਾ ਸੁਭਾਅ ਕੀ ਹੈ? ਮਨ ਮੁਖਾਂ ਨੇ ਵਿਸਾਰ ਦਿੱਤਾ ਦਾਤਾ, ਦਾਤ ਨੂੰ ਪਿਆਰੀ ਜਾਣ ਕੇ। ਮਨ ਮੁਖਾਂ ਨੇ ਵਿਸਾਰ ਦਿੱਤਾ ਦਾਤਾ, ਦਾਤ ਨੂੰ ਪਿਆਰੀ ਜਾਣ ਕੇ। ਮੁਖਾਂ ਨੇ ਵਿਸਾਰ ਦਿੱਤਾ ਦਾਤਾ, ਵਿਸਾਰ ਦਿੱਤਾ ਦਾਤਾ, ਦਾਤ ਨੂੰ ਪਿਆਰੀ ਜਾਣ ਕੇ। ਮਨ ਮੁਖਾਂ ਨੇ ਵਿਸਾਰ ਦਿੱਤਾ ਦਾਤਾ, ਦਾਤ ਨੂੰ ਪਿਆਰੀ ਜਾਣ ਕੇ। ਮਨ ਮੁਖਾਂ ਨੇ ਵਿਸਾਰ ਦਿੱਤਾ ਦਾਤਾ, ਦਾਤ ਨੂੰ ਪਿਆਰੀ ਜਾਣ ਕੇ। ਉਹ ਮਨ ਮੁਖਾਂ ਨੇ ਵਿਸਾਰ ਦਿੱਤਾ ਦਾਤਾ, ਦਾਤ ਨੂੰ ਪਿਆਰੀ ਜਾਣ ਕੇ।
ਸਾਡਾ ਸੁਭਾਅ ਹੈ ਮਨਮੁਖਾਂ ਵਾਲਾ। ਮਨਮੁਖ ਉਹਨੂੰ ਕਹਿੰਦੇ ਨੇ ਜਿਹੜੇ ਆਪਣੇ ਮਨ ਦੇ ਆਖੇ ਲੱਗਦਾ, ਤੇ ਗੁਰਮੁਖ ਉਹ ਹੈ ਜਿਹੜਾ ਗੁਰੂ ਦੇ ਆਖੇ ਲੱਗਦਾ। ਮਨਮੁਖ ਦਾ ਮਤਲਬ ਹੋਇਆ ਜਿਹਦਾ ਮੁਖ ਆਪਣੇ ਮਨ ਦੇ ਵੱਲ ਹੈ, ਗੁਰਮੁਖ ਹੋਇਆ ਜਿਹਦਾ ਮੁਖ ਗੁਰੂ ਦੇ ਵੱਲ ਹੈ। ਤਾਂ ਹੁਣ ਅਸੀਂ ਵੇਖਣਾ ਕਿ ਅਸੀਂ ਮਨਮੁਖਾਂ ਜਾਂ ਗੁਰਮੁਖਾਂ। ਸਤ ਸੰਗ ਆਪਾਂ ਤਾਂ ਕਰਦੇ ਹਾਂ ਕਿ ਅਸੀਂ ਗੁਰਮੁਖ ਬਣਨਾ ਕਿ ਮਨਮੁਖ ਬਣਨਾ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮਹਾਰਾਜ ਕਹਿੰਦੇ, ਜਿੱਥੇ ਤੂੰ ਦੁਨਿਆਵੀ ਤੌਰ ਤੇ ਅੱਗੇ ਵਧਣਾ ਹੈ ਨਾ, ਉੱਥੇ ਆਤਮਿਕ ਤੌਰ ਤੇ ਮਾਨਸਿਕ ਤੌਰ ਤੇ ਵੀ ਤੂੰ ਅੱਗੇ ਵਧ। ਠੀਕ ਹੈ, ਦੁਨਿਆਵੀ ਤੌਰ ਤੇ ਆਪਾਂ ਬੜੀ ਤਰੱਕੀ ਕੀਤੀ, ਕਰਨੀ ਵੀ ਚਾਹੀਦੀ ਹੈ, ਮਿਹਨਤ ਕਰਨੀ ਚਾਹੀਦੀ ਹੈ। ਇਹ ਸਾਡੇ ਬਾਬੇ ਦਾ ਹੁਕਮ ਹੈ, ਕਿਰਤ ਕਰੋ। ਪਹਿਲਾ ਬਚਨ ਤੇ ਆਪਾਂ ਸਾਰਿਆਂ ਨੇ ਮੰਨ ਲਿਆ, ਪਰ ਮਹਾਰਾਜ ਕਹਿੰਦੇ ਨਾਮ ਜਪੋ, ਤੇ ਤੀਜਾ ਬਚਨ ਵੰਡ ਕੇ ਛਕੋ। ਨਾਮ ਵੀ ਜਪਣਾ ਤੇ ਵੰਡ ਕੇ ਵੀ ਛਕਣਾ। ਹੁਣ ਆਪਾਂ ਇਹ ਵੇਖਣਾ, ਦੁਨਿਆਵੀ ਤੌਰ ਤੇ ਆਪਾਂ ਤਰੱਕੀ ਕੀਤੀ, ਆਪਣੀਆਂ ਲੋੜਾਂ ਕਰਕੇ ਆਪਾਂ ਗੁਰੂ ਦਰਬਾਰ ਦੇ ਵਿੱਚ ਆਉਂਦੇ ਆ, ਪਰ ਇਹ ਸੋਚੀਏ ਕਿ ਮਨ ਕਰਕੇ ਅਸੀਂ ਕਿੰਨੇ ਕੁ ਅੱਗੇ ਵਧੇ ਆ। ਸਾਨੂੰ ਸਾਰਿਆਂ ਨੂੰ ਆਪਣੇ ਮਨਾਂ ਦਾ ਪਤਾ ਹੈ, ਆਪਣੇ ਅੰਦਰ ਦਾ ਪਤਾ ਹੈ। ਕੱਲ ਨਵਾਂ ਸਾਲ ਚੜ੍ਹਿਆ, ਨਵਾਂ ਸਾਲ, ਪਰ ਨਵਾਂ ਸਾਲ ਤੇ ਚੜ੍ਹ ਗਿਆ, ਪਰ ਸਾਡੇ ਅੰਦਰ ਤੇ ਕੋਈ ਨਾ ਬਦਲਾਵ ਨਹੀਂ ਨਾ ਆਉਣਾ। ਨਵਾਂ ਸਾਲ ਤੇ ਉਹਨਾਂ ਦੇ ਵਾਸਤੇ ਹੈ ਜਿਹੜੇ ਆਪਣੀ ਜ਼ਿੰਦਗੀ ਦੇ ਵਿੱਚ ਆਤਮਿਕ ਤੌਰ ਤੇ ਕੁਝ ਨਵਾਂ ਕਰਨ। ਸਾਲ ਬਦਲਿਆ ਪਰ ਸਾਡਾ ਮਨ ਤੇ ਉਦਾਂ ਹੀ ਹੈ ਨਾ, ਅੰਦਰ ਈਰਖ ਹੈ, ਨਿੰਦਿਆ ਕਿਹੜਾ ਆਪਾਂ ਛੱਡ ਦੇਣੀ ਹੈ, ਸਾਲ ਬਦਲ ਜਾਣਾ ਹੈ। ਦੂਜਿਆਂ ਦਾ ਬੁਰਾ ਸੋਚਣਾ ਆਪਾਂ ਕਿਹੜਾ ਛੱਡ ਦੇਣਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਮਾਰਗ ਐਸਾ ਹੈ, ਸਾਂਝ ਕਰੀਜੈ ਗੁਨਹਿ ਕੇਰੀ ਛੋੜ ਅਵਗੁਣ ਚੱਲੀਐ। ਮਹਾਰਾਜ ਕਹਿੰਦੇ ਗੁਨਾਹ ਦੀ ਸਾਂਝ ਕਰੀਏ, ਔਗੁਣਾਂ ਨੂੰ ਤਿਆਗੀਏ। ਜਿੱਥੇ ਆਪਾਂ ਮੰਗਣੇ ਆ ਗੁਰੂ ਦੇ ਕੋਲੋਂ, ਕਾਰੋਬਾਰ ਦੇ ਵਿੱਚ ਵਾਧੇ, ਪਰਿਵਾਰ ਤਰੱਕੀ ਕਰੇ, ਬੱਚੇ ਬਾਹਰ ਜਾਣ, ਚੰਗਾ ਘਰ ਬਣ ਜੇ, ਗੱਡੀ ਹੋਵੇ, ਇਹ ਇੱਛਾ ਹੈ ਹਰੇਕ ਇਨਸਾਨ ਦੀ ਕਿ ਅੱਗੇ ਵਧੀਏ। ਮਹਾਰਾਜ ਕਹਿੰਦੇ ਵੱਧ ਤਰੱਕੀ ਕਰ ਸੰਸਾਰਿਕ ਤੌਰ ਤੇ ਵੀ, ਪਰ ਭੁੱਲ ਨਾ ਤੂੰ ਕਿਹੜੇ ਕਾਰਜ ਨੂੰ ਸੰਸਾਰ ਦੇ ਵਿੱਚ ਆਏ। ਆਤਮਿਕ ਤੌਰ ਤੇ ਵੀ, ਅਧਿਆਤਮਿਕ ਤੌਰ ਤੇ ਵੀ ਤਰੱਕੀ ਵਾਲੇ ਪਾਸੇ ਨੂੰ ਇੱਕ ਕਦਮ ਤੇ ਪੁੱਟ। ਕਿੰਨੀ ਆਪਾਂ ਮਿਹਨਤ ਕਰਨੇ ਆ, ਸੰਸਾਰਿਕ ਤੌਰ ਤੇ ਅੱਗੇ ਵਧਣ ਵਾਸਤੇ ਬੰਦਾ ਦਿਨ ਰਾਤ ਕੰਮ ਕਰਦਾ ਹੈ। ਨੌਜਵਾਨ ਬੱਚੇ ਵਿਦੇਸ਼ਾਂ ਦੇ ਵਿੱਚ ਬਾਹਰ ਜਾ ਕੇ ਕਿੰਨੀ ਮਿਹਨਤ ਕਰਦੇ ਨੇ, ਡਬਲ ਸ਼ਿਫਟਾਂ ਲਾਉਂਦੇ ਨੇ। ਕਾਹਦੇ ਵਾਸਤੇ? ਕਿ ਅੱਗੇ ਵਧਣਾ ਚਾਹੀਦਾ ਹੈ, ਪਰ ਅਧਿਆਤਮਿਕ ਤੌਰ ਤੇ ਵੀ ਆਪਾਂ ਅੱਗੇ ਵਧੀਏ, ਇਹ ਵੀ ਜ਼ਰੂਰੀ ਹੈ। ਜਿਹੜੇ ਇਕੱਲੇ ਦਾਤਾਂ ਦੇ ਨਾਲ ਜੁੜ ਜਾਂਦੇ ਨੇ, ਦਾਤ ਪਿਆਰੀ ਵਿਸਰਿਆ ਦਾਤਾਰਾ, ਯਾਦ ਰੱਖਿਓ ਮਹਾਰਾਜ ਕਹਿੰਦੇ ਨੇ ਹਰ ਬਿਸਰਤ ਸਦਾ ਖੁਆਰੀ।
ਜਿਹੜੇ ਹਰੀ ਨੂੰ, ਪਰਮੇਸ਼ਵਰ ਨੂੰ, ਪਰਮਾਤਮਾ ਨੂੰ, ਗੁਰੂ ਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ, ਆਪਣੀ ਸੁਰਤ ਦੇ ਵਿੱਚੋਂ ਭੁਲਾ ਦਿੰਦੇ ਨੇ, ਉਹ ਫਿਰ ਖੁਆਰ ਹੀ ਹੁੰਦੇ ਨੇ। ਦੁਨਿਆਵੀ ਤਰੱਕੀਆਂ ਜਿੰਨੀਆਂ ਵੀ ਨੇ, ਯਾਦ ਰੱਖਿਓ ਕਰਨੀਆਂ ਚਾਹੀਦੀਆਂ ਨੇ, ਪਰ ਯਾਦ ਰੱਖਿਓ ਉਹਦੀ ਦਰਗਾਹ ਦੇ ਵਿੱਚ ਇਹਨਾਂ ਚੀਜ਼ਾਂ ਨੇ ਕੰਮ ਨਹੀਂ ਆਉਣਾ। ਸੰਸਾਰਿਕ ਪਦਾਰਥ ਨੇ, ਉਹ ਸੰਸਾਰ ਦੇ ਵਿੱਚ ਤੇ ਕੰਮ ਆ ਸਕਦੇ ਨੇ, ਪਰ ਪ੍ਰਲੋਕ ਦੇ ਵਿੱਚ ਨਹੀਂ ਕੰਮ ਆਉਣੇ। ਮਹਾਰਾਜ ਕਹਿੰਦੇ ਆਹਰ ਸਭ ਕਰਦਾ ਫਿਰੈ, ਆਹਰ ਇੱਕ ਨਾ ਹੋਏ, ਨਾਨਕ ਜਿਤ ਆਹਰ ਜਗ ਉਧਰੈ, ਵਿਰਲਾ ਬੂਝੈ ਕੋਏ। ਆਹਰ ਤੋਂ ਭਾਵ ਕੰਮ ਸਭ ਕਰਦਾ ਫਿਰੈ। ਆਪਾਂ ਸਾਰੇ ਕੰਮ ਕਰਦੇ ਆ ਨਾ ਸੰਸਾਰਕ। ਆਹਰ ਇੱਕ ਨਾ ਹੋਏ, ਪਰ ਬੰਦੇ ਨੇ ਇੱਕ ਕੰਮ ਨਹੀਂ ਕੀਤਾ, ਕਿਹੜਾ? ਨਾਨਕ ਜਿਤ ਆਹਰ ਜਗ ਉਧਰੈ, ਵਿਰਲਾ ਬੂਝੈ ਕੋਏ। ਜਿਸ ਕੰਮ ਨੂੰ, ਜਿਸ ਉਦਮ ਨੂੰ ਕਰਨ ਦੇ ਨਾਲ ਇਹਨੇ ਸੰਸਾਰ ਤੋਂ ਉਧਰ ਜਾਣਾ ਸੀ, ਸੰਸਾਰ ਤੋਂ ਪਾਰ ਹੋ ਜਾਣਾ ਸੀ, ਉਹ ਤੇ ਕੀਤਾ ਹੀ ਨਹੀਂ। ਉਹ ਤੇ ਕਿਸੇ ਵਿਰਲੇ ਨੂੰ ਸਮਝ ਪੈਂਦੀ ਹੈ, ਕਿਸੇ ਵਿਰਲੇ ਨੂੰ ਬੁੱਝਦਾ ਹੈ। ਇੱਕ ਵਾਰੀ ਨਾ ਕੋਈ ਸੇਠ ਸੀ, ਸ਼ਾਹੂਕਾਰ ਕਹਿ ਲੋ, ਅਮੀਰ ਬੰਦਾ ਕਹਿ ਲੋ, ਦੁਨਿਆਵੀ ਪਦਾਰਥਾਂ ਦੇ ਵਿੱਚ ਖਚਤ, ਮਨ ਖਚਤ ਹੈ ਸਾਡਾ ਵੀ, ਫਸਿਆ ਹੋਇਆ ਹੈ ਨਾ ਮੋਹ ਵਾਲੇ ਚਿੱਕੜ ਦੇ ਵਿੱਚ। ਮੋਹ ਵਾਲਾ ਚਿੱਕੜ ਇਹ ਬੜਾ ਭੈੜਾ ਹੈ, ਸਾਰੀ ਜ਼ਿੰਦਗੀ ਨਹੀਂ ਨਿਕਲਿਆ ਜਾਂਦਾ ਬੰਦੇ ਦੇ ਕੋਲੋਂ। ਇਹ ਸੱਚ ਹੈ। ਜਿਹੜਾ ਮੋਹ ਹੈ ਨਾ, ਪਰਿਵਾਰ ਦਾ ਕਹਿ ਲੋ, ਬੱਚਿਆਂ ਦਾ ਕਹਿ ਲੋ, ਪਦਾਰਥਾਂ ਦਾ ਕਹਿ ਲੋ, ਕਿਸੇ ਵੀ ਪ੍ਰਕਾਰ ਦੀ ਪਕੜ ਹੈ, ਭਾਵੇਂ ਪਦਾਰਥ ਦੇ ਨਾਲ ਹੈ, ਭਾਵੇਂ ਪਰਿਵਾਰ ਦੇ ਨਾਲ ਹੈ, ਭਾਵੇਂ ਆਪਣੇ ਗੁਨਾਹ ਦੀ ਪਕੜ ਹੈ, ਆਪਣੇ ਰੂਪ ਦੀ ਪਕੜ ਹੈ, ਮਨ ਦੇ ਵਿੱਚ, ਮਨ ਸੰਸਾਰ ਦੇ ਨਾਲ ਜੁੜਿਆ ਹੈ। ਮਹਾਰਾਜ ਕਹਿੰਦੇ ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀ ਅਲੇ। ਰੋਜ਼ ਪੜ੍ਹਨੇ ਆ ਨਾ ਰਹਿਰਾਸ ਸਾਹਿਬ ਜੀ ਪਾਠ ਦੇ ਵਿੱਚ ਆਪਾਂ। ਮਹਾਰਾਜ ਕਹਿੰਦੇ ਪੰਕਜ ਮੋਹ, ਪੰਕਜ ਦਾ ਅਰਥ ਹੋਇਆ ਚਿੱਕੜ। ਮਹਾਰਾਜ ਕਹਿੰਦੇ ਮੋਹ ਰੂਪੀ ਚਿੱਕੜ ਇਹੋ ਜਿਹਾ ਹੈ, ਪਗ ਨਹੀਂ ਚਾਲੈ, ਬੰਦਾ ਇੱਕ ਕਦਮ ਵੀ ਅਧਿਆਤਮਕ ਤੌਰ ਤੇ ਅੱਗੇ ਨਹੀਂ ਵੱਧ ਸਕਦਾ। ਇਹ ਚਿੱਕੜ ਦੇ ਵਿੱਚ ਸਾਡੇ ਪੈਰ ਫਸੇ ਹੋਏ ਨੇ। ਸਾਡੀ ਸੁਰਤ ਜਿਹੜੀ ਹੈ ਮੋਹ ਰੂਪੀ ਚਿੱਕੜ ਦੇ ਵਿੱਚ ਫਸੀ ਹੋਈ ਹੈ, ਪਗ ਨਹੀਂ ਚਾਲੈ। ਹੁਣ ਮੋਹ ਨੇ ਅੱਗੇ ਵਧਣ ਨਹੀਂ ਦਿੱਤਾ, ਰੱਬ ਵਾਲੇ ਪਾਸੇ, ਗੁਰੂ ਵਾਲੇ ਪਾਸੇ, ਬਾਣੀ ਵਾਲੇ ਪਾਸੇ, ਅੰਮ੍ਰਿਤ ਵੇਲੇ ਵਾਲੇ ਪਾਸੇ, ਸੇਵਾ ਵਾਲੇ ਪਾਸੇ। ਫਿਰ ਹੋਇਆ ਕੀ? ਮਹਾਰਾਜ ਕਹਿੰਦੇ ਹਮ ਦੇਖਾ ਤਹਿ ਡੂਬੀ ਅਲੇ। ਅਸੀਂ ਵੇਖਿਆ ਪਤਾ ਨਹੀਂ ਕਿੰਨੇ ਕੁ ਇਸ ਸੰਸਾਰ ਸਮੁੰਦਰ ਦੇ ਵਿੱਚ, ਇਸ ਸਰੋਵਰ ਦੇ ਵਿੱਚ ਡੁੱਬ ਗਏ, ਪਾਰ ਨਹੀਂ ਹੋਏ। ਕਿਸੇ ਨੇ ਬੜਾ ਸੋਹਣਾ ਲਿਖਿਆ, ਉਹ ਕਹਿੰਦਾ ਕਿ ਇਸ ਸਰੀਰ ਦੇ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਇਹ ਯਤਨ ਕਰਨਾ ਚਾਹੀਦਾ ਕਿ ਸਾਡਾ ਮਨ ਖਤਮ ਹੋ ਜਾਏ। ਜਿੱਦਣ ਮਨ ਖਤਮ ਹੋ ਗਿਆ, ਮਨ ਤੇ ਪਿੱਛੇ ਜੋ ਵੀ ਸਾਡੇ ਅੰਦਰ ਹੋਏਗਾ ਉਹ ਰੱਬ ਹੈ। ਮਨ ਅਸਲ ਦੇ ਵਿੱਚ ਕੀ ਹੈ? ਉਹਨੇ ਬੜਾ ਡੂੰਘਾ ਵਿਸ਼ਾ ਹੈ। ਮਨ ਕੀ ਹੈ? ਵੇਖੋ ਨਾ ਨਜ਼ਰ ਹੁੰਦਾ ਹੈ, ਪਰ ਇਸ ਮਨ ਦਾ ਸਾਡੇ ਸਰੀਰ ਦੇ ਉੱਤੇ ਪੂਰਾ ਕੰਟਰੋਲ ਹੈ। ਨਾ ਦਿਸਦਾ ਹੈ, ਪਰ ਮਨ ਸਾਡੇ ਸਰੀਰ ਨੂੰ ਚਲਾ ਰਿਹਾ ਹੈ, ਕੰਟਰੋਲ ਦੇ ਵਿੱਚ। ਹੋਣਾ ਇਹ ਚਾਹੀਦਾ ਸੀ ਕਿ ਮਨ ਸਾਡੇ ਕੰਟਰੋਲ ਦੇ ਵਿੱਚ ਹੋਣਾ ਚਾਹੀਦਾ ਸੀ। ਅੱਜ ਉਲਟ ਹੈ,
ਅਸੀਂ ਮਨ ਦੇ ਕੰਟਰੋਲ ਦੇ ਵਿੱਚ ਆ। ਮਨ ਜਿਵੇਂ ਕਹਿੰਦਾ ਆਪਾਂ ਉਵੇਂ ਕਰਦੇ ਆ। ਮਨ ਅਸਲ ਦੇ ਵਿੱਚ ਕੀ ਹੈ? ਸਾਡੇ ਅੰਦਰ ਦੇ ਖਿਆਲ, ਸਾਡੇ ਅੰਦਰ ਦੇ ਵਿਚਾਰ, ਜਿਹੜੇ ਸਾਡੇ ਅੰਦਰ ਫੁਰਨੇ ਚੱਲ ਰਹੇ ਨੇ ਨਿਰੰਤਰ ਦਿਨ ਰਾਤ। ਸੰਕਲਪ ਵਿਕਲਪੋ ਮਨਾ, ਸੰਕਲਪ ਤੇ ਵਿਕਲਪ ਜਿਹੜੇ ਚੱਲਦੇ ਨੇ ਨਾ, ਸੰਕਲਪ ਉਹ ਹੁੰਦਾ ਹੈ ਜੋ ਅਸੀਂ ਆਉਣ ਵਾਲੇ ਸਮੇਂ ਦੇ ਬਾਰੇ ਸੋਚਦੇ ਆ, ਤੇ ਵਿਕਲਪ ਉਹਨੂੰ ਕਹਿੰਦੇ ਆ ਜਿਹੜਾ ਸਮਾਂ ਲੰਘ ਗਿਆ ਤੇ ਲੰਘੇ ਹੋਏ ਸਮੇਂ ਨੂੰ ਆਪਾਂ ਜਦੋਂ ਯਾਦ ਕਰਦੇ ਆ। ਆਉਣ ਵਾਲੇ ਸਮੇਂ ਦੇ ਬਾਰੇ ਸੋਚਣਾ ਉਹ ਸੰਕਲਪ ਹੈ, ਤੇ ਬੀਤੇ ਹੋਏ ਸਮੇਂ ਨੂੰ ਯਾਦ ਕਰਨਾ ਉਹ ਵਿਕਲਪ ਹੈ। ਇਹਦੇ ਵਿੱਚ ਹੀ ਸਾਡੀ ਜ਼ਿੰਦਗੀ ਬਤੀਤ ਹੋ ਰਹੀ ਹੈ ਨਾ। ਜਾਂ ਤੇ ਲੰਘੇ ਹੋਏ ਸਮੇਂ ਨੂੰ ਯਾਦ ਕਰਦੇ ਆ, ਜਾਂ ਆਉਣ ਵਾਲੇ ਸਮੇਂ ਦੇ ਬਾਰੇ ਜੋ ਸੋਚਦੇ ਆ। ਪ੍ਰੈਜ਼ੈਂਟ ਦੇ ਵਿੱਚ ਤੇ ਆਪਾਂ ਜਿਉਂਦੇ ਹੀ ਨਹੀਂ। ਪ੍ਰੈਜ਼ੈਂਟ ਦੇ ਵਿੱਚ ਵਿਰਲੇ ਹਾਜ਼ਰ ਹੁੰਦੇ ਨੇ। ਅਸੀਂ ਦੁਖੀ ਕਿਉਂ ਆ? ਜਾਂ ਤੇ ਆਉਣ ਵਾਲੇ ਸਮੇਂ ਦੇ ਬਾਰੇ ਸੋਚ ਕੇ ਦੁਖੀ ਹੁੰਨੇ ਆ, ਜਾਂ ਜਿਹੜਾ ਸਮਾਂ ਲੰਘ ਗਿਆ ਉਹਨੂੰ ਯਾਦ ਕਰੀ ਹੁੰਨੇ ਆ। ਤੇ ਇਹੀ ਸਾਡੇ ਦੁੱਖ ਦਾ ਕਾਰਨ ਹੈ। ਪ੍ਰੈਜ਼ੈਂਟ ਦੇ ਵਿੱਚ ਜਿਉਣਾ ਸਿੱਖੀਏ। ਤੇ ਬਾਣੀ ਨੂੰ ਜਦੋਂ ਆਪਾਂ ਪੜਾਂਗੇ, ਗੁਰੂ ਦੇ ਸ਼ਬਦ ਦੇ ਨਾਲ ਜਦੋਂ ਆਪਾਂ ਜੁੜਾਂਗੇ, ਤੇ ਬਾਣੀ ਨੇ ਸਾਨੂੰ ਪ੍ਰੈਜ਼ੈਂਟ ਦੇ ਵਿੱਚ ਜਿਉਣਾ ਸਿਖਾ ਦੇਣਾ ਹੈ। ਅਸੀਂ ਦੁੱਖਾਂ ਤੋਂ ਡਰਦੇ ਹਾਂ, ਸਾਡੀਆਂ ਇੱਛਾਵਾਂ ਬੜੀਆਂ ਨੇ, ਸਾਡੀਆਂ ਕਾਮਨਾਵਾਂ ਬੜੀਆਂ ਨੇ, ਉਹ ਸਾਨੂੰ ਮਜਬੂਰ ਕਰਦੀਆਂ ਨੇ ਸੋਚਣ ਦੇ ਵਾਸਤੇ ਕਿ ਆਹ ਹੋਣਾ ਚਾਹੀਦਾ ਹੈ। ਜੋ ਸਾਡੇ ਕੋਲ ਹੈ ਅਸੀਂ ਉਹਦੇ ਵਿੱਚ ਸੰਤੁਸ਼ਟ ਨਹੀਂ ਆ। ਇੱਥੇ ਆਪਾਂ ਜਿੰਨੇ ਵੀ ਬੈਠੇ ਆ, ਜਿੰਨੇ ਵੀ ਸਰੀਰ ਗੁਰਦਰਬਾਰ ਦੇ ਵਿੱਚ ਆਪਾਂ ਬੈਠੇ ਹੋਏ ਆ, ਸਾਡੀ ਹਾਲਤ ਕਿਹੋ ਜੀ ਅੱਜ? ਜੋ ਸਾਡੇ ਕੋਲ ਹੈ ਅਸੀਂ ਉਹਦੇ ਵਿੱਚ ਸੰਤੁਸ਼ਟ ਨਹੀਂ। ਕਹਿੰਦੇ ਨੇ ਬੰਦਾ ਆਪਣੇ ਦੁੱਖਾਂ ਤੋਂ ਓਨਾ ਦੁਖੀ ਨਹੀਂ ਜਿੰਨਾ ਦੂਜੇ ਦੇ ਸੁੱਖਾਂ ਨੂੰ ਵੇਖ ਕੇ ਅੱਜ ਦੇ ਸਮੇਂ ਦੇ ਵਿੱਚ ਦੁਖੀ ਹੁੰਦਾ ਹੈ ਬੰਦਾ। ਅਸੀਂ ਆਪਣੇ ਦੁੱਖਾਂ ਤੋਂ ਓਨੇ ਦੁਖੀ ਨਹੀਂ ਜਿੰਨੇ ਦੂਜੇ ਦੇ ਸੁੱਖਾਂ ਨੂੰ ਵੇਖ ਕੇ ਆਪਾਂ ਦੁਖੀ ਹੁੰਨੇ ਆ। ਕਿ ਗਵਾਂਢੀਆਂ ਦਾ ਮੁੰਡਾ ਬਾਹਰ ਤੁਰ ਗਿਆ, ਮੇਰਾ ਇੱਥੇ ਹੈ। ਗਵਾਂਢੀਆਂ ਦੇ ਕੋਠੀ ਪੈ ਗਈ, ਮੇਰੇ ਕਿਉਂ ਨਹੀਂ ਪਈ? ਫਲਾਣੇ ਦਾ ਕੰਮ ਹੋ ਗਿਆ, ਮੇਰਾ ਕਿਉਂ ਨਹੀਂ ਹੋਇਆ? ਭਾਈ ਸਭ ਦੇ ਕਰਮ ਆਪੋ ਆਪਣੇ ਹੁੰਦੇ ਨੇ, ਕਰਮੀ ਆਪੋ ਆਪਣੀ। ਹਰ ਇੱਕ ਦੀ ਪ੍ਰਾਲਬਧ ਆਪਣੀ ਹੈ, ਕਰਮ ਆਪਣੇ ਨੇ। ਤੇ ਮਹਾਰਾਜ ਕਹਿੰਦੇ ਦੂਜਿਆਂ ਦੇ ਸੁੱਖਾਂ ਨੂੰ ਵੇਖ ਕੇ ਤੂੰ ਦੁਖੀ ਨਾ ਹੋ, ਦੂਜਿਆਂ ਦੇ ਸੁੱਖਾਂ ਨੂੰ ਵੇਖ ਕੇ ਉਹਨਾਂ ਦਾ ਮਾੜਾ ਨਾ ਸੋਚ। ਪਰ ਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਐ ਮੇਰੇ ਪਿਆਰਿਆ, ਐ ਮੇਰੇ ਭਰਾਵਾ, ਮਹਾਰਾਜ ਕਹਿੰਦੇ ਨੇ ਪਰਾਏ ਦਾ ਆਪਣੇ ਮਨ ਦੇ ਵਿੱਚ ਬੁਰਾ ਕਦੇ ਨਾ ਸੋਚੀ, ਤੇ ਤੇਰੀ ਜ਼ਿੰਦਗੀ ਦੇ ਵਿੱਚ ਵੀ ਕਦੇ ਵੀ ਦੁੱਖ ਨਹੀਂ ਆਏਗਾ। ਬਾਣੀ ਨੇ ਸਾਨੂੰ ਜੋ ਸਾਡੇ ਕੋਲ ਹੈ ਉਹਦੇ ਵਿੱਚ ਸਾਡੇ ਮਨ ਨੂੰ ਸੰਤੋਖ ਆ ਜਾਏਗਾ। ਇੱਕ ਸ਼ਾਹੂਕਾਰ ਮਾਇਆ ਹੈ, ਮਨ ਪਦਾਰਥਾਂ ਦੇ ਵਿੱਚ ਖਚਤ ਹੈ। ਕੋਈ ਪੁਰਬਲਾ ਕਰਮ ਅੱਗੇ ਆ ਗਿਆ, ਸਤਿਪੁਰਸ਼ਾਂ ਦੀ ਸੰਗਤ ਮਿਲ ਗਈ। ਇੱਕ ਗੱਲ ਯਾਦ ਰੱਖਿਓ, ਜੀਵਨ ਦੇ ਵਿੱਚ ਕਿਸੇ ਮਹਾਂਪੁਰਖ ਦੀ ਸੰਗਤ ਮਿਲ ਜਾਣੀ, ਸਾਧੂ ਦਾ ਸੰਗ ਮਿਲ ਜਾਣਾ, ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੁੰਦੀ ਹੈ। ਇਹ ਗੁਰਬਾਣੀ ਦੇ ਬਚਨ ਨੇ, ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ। ਮਹਾਰਾਜ ਕਹਿੰਦੇ ਨੇ ਜਦੋਂ ਪੂਰਬਲੇ ਕਰਮ, ਚੰਗੇ ਕਰਮ ਪ੍ਰਗਟ ਹੁੰਦੇ ਨੇ ਨਾ, ਫੁੱਟਦੇ ਨੇ,
ਤੇ ਫਿਰ ਕਿਸੇ ਰੰਗੇ ਹੋਏ ਮਹਾਂਪੁਰਖ ਦੀ, ਰੱਬ ਦੇ ਪਿਆਰੇ ਦੀ, ਸਾਧੂ ਦੀ ਜੀਵਨ ਦੇ ਵਿੱਚ ਸੰਗਤ ਪ੍ਰਾਪਤ ਹੁੰਦੀ ਹੈ, ਸਾਧੂ ਦਾ ਸੰਗ ਮਿਲਦਾ ਹੈ। ਤੇ ਫਿਰ ਜਦੋਂ ਸੰਗਤ ਮਿਲ ਜਾਏ, ਫਿਰ ਸਾਡੇ ਤੇ ਡਿਪੈਂਡ ਕਰਦਾ ਹੈ ਕਿ ਅਸੀਂ ਸਾਧੂ ਦੀ ਸੰਗਤ ਦੇ ਵਿੱਚੋਂ ਕੀ ਕੀ ਪ੍ਰਾਪਤ ਕਰਨਾ ਹੈ। ਸਮੁੰਦਰ ਦੇ ਕੰਢੇ ਤੇ ਚਲੇ ਜਾਈਏ, ਸਮੁੰਦਰ ਦੇ ਵਿੱਚ ਪਾਣੀ ਵੀ ਹੈ, ਸਮੁੰਦਰ ਦੇ ਵਿੱਚ ਕੀਮਤੀ ਮੋਤੀ ਵੀ ਨੇ, ਸਮੁੰਦਰ ਦੇ ਵਿੱਚ ਕੀਮਤੀ ਰਤਨ ਵੀ ਨੇ, ਸਮੁੰਦਰ ਦੇ ਵਿੱਚ ਅਨਮੋਲ ਮਾਨਕ ਵੀ ਨੇ। ਪਰ ਇਹ ਤਾਂ ਹੁਣ ਉਹ ਬੰਦੇ ਤੇ ਡਿਪੈਂਡ ਕਰਦਾ ਹੈ ਕਿ ਜਿੰਨਾ ਕੋਈ ਸਮੁੰਦਰ ਦੀ ਗਹਿਰਾਈ ਦੇ ਵਿੱਚ ਥੱਲੇ ਉਤਰੇਗਾ, ਉਹਨੇ ਕੀਮਤੀ ਰਤਨ ਲਾਲ ਉਹ ਪ੍ਰਾਪਤ ਕਰ ਲਏਗਾ। ਇਸੇ ਤਰ੍ਹਾਂ ਹੀ ਮਹਾਂਪੁਰਖਾਂ ਦੀ ਸੰਗਤ ਵੱਡਿਆਂ ਭਾਗਾਂ ਦੇ ਨਾਲ ਪ੍ਰਾਪਤ ਹੁੰਦੀ ਹੈ। ਤੇ ਯਤਨ ਇਹ ਕਰਨਾ ਚਾਹੀਦਾ ਹੈ। ਮਹਾਰਾਜ ਕਹਿੰਦੇ ਨੇ, ਜਿਸ ਵਖਰ ਕੋ ਲੈਨ ਤੂੰ ਆਇਆ, RAM ਨਾਮ ਸੰਤਨ ਘਰ ਪਾਇਆ। ਮਹਾਰਾਜ ਕਹਿੰਦੇ ਜਿਸ ਵਖਰ ਦਾ ਵਪਾਰ ਕਰਨ ਵਾਸਤੇ ਤੂੰ ਸੰਸਾਰ ਦੇ ਵਿੱਚ ਆਇਆ ਨਾ, ਉਹ ਸੌਦਾ ਜਿਹੜਾ ਹੈ ਨਾ, ਉਹ ਸਾਧੂਆਂ ਦੇ ਕੋਲੋਂ ਮਿਲਦਾ ਹੈ। ਅਨਹਦ ਬਾਣੀ ਪੂੰਜੀ, ਸੰਤਨ ਹੱਥ ਰਾਖੀ ਕੂੰਜੀ। ਇਹ ਨਾਮ ਦਾ ਖਜ਼ਾਨਾ। ਮਹਾਰਾਜ ਕਹਿੰਦੇ ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਕਰ ਧਨ ਹਰ ਨਾਮਾ। ਜਿਨ੍ਹਾਂ ਦੇ ਕੋਲੋਂ ਧਨ ਕਿਹੜਾ, ਵਾਹਿਗੁਰੂ ਦੇ ਨਾਮ ਵਾਲਾ। ਕਿਨਹੀ ਬਣਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤੋ ਬਣਜਿਆ ਨਾਮ ਗੋਬਿੰਦ ਕਾ। ਐਸੀ ਖੇਪ ਹਮਾਰੀ, ਹਰ ਕੇ ਨਾਮ ਕੇ ਵਿਆਪਾਰੀ। ਕਿਸੇ ਨੇ ਚਾਂਦੀ ਦਾ ਵਪਾਰ ਕੀਤਾ, ਕਿਸੇ ਨੇ ਤਾਂਬੇ ਦਾ ਵਪਾਰ ਕੀਤਾ, ਪਰ ਰੱਬ ਦੇ ਪਿਆਰਿਆਂ ਨੇ ਸੰਸਾਰ ਦੇ ਵਿੱਚ ਆ ਕੇ ਕਿਹੜਾ ਵਣਜ ਕੀਤਾ, ਉਹਦੇ ਨਾਮ ਵਾਲਾ। ਬੁੱਲੇ ਸ਼ਾਹ ਜੀ ਕਹਿੰਦੇ, ਸੇ ਵਣਜਾਰੇ ਆਏ ਨੀ ਮਾਏ, ਸੇ ਵਣਜਾਰੇ ਆਏ। ਉਹ ਵਣਜਾਰੇ ਆਏ ਨੇ, ਹੋਕਾ ਆਖ ਸੁਣਾਏ ਨੀ ਮਾਏ, ਹੋਕਾ ਆਖ ਸੁਣਾਏ। ਆ ਕੇ ਸੰਸਾਰ ਦੇ ਵਿੱਚ ਹੋਕਾ ਦਿੰਦੇ ਨੇ। ਗੁਰੂ ਦੇ ਨਾਮ ਵਾਲਾ ਤੇ ਬਿਰਲੇ ਹੁੰਦੇ ਨੇ ਜਿਹੜੇ ਉਹਨਾਂ ਦੇ ਹੋਕੇ ਨੂੰ ਸੁਣਦੇ ਨੇ। ਪਿਆਰੇ ਜੀ ਸਾਧੂਆਂ ਨੇ ਨਾਮ ਵਣਜਿਆ, ਮੇਰੇ ਪਿਆਰੇ ਸਾਧੂਆਂ ਨੇ ਨਾਮ ਵਣਜਿਆ। ਪਿਆਰੇ ਜੀ ਸਾਧੂਆਂ ਨੇ ਨਾਮ ਵਣਜਿਆ, ਮੇਰੇ ਪਿਆਰੇ ਸਾਧੂਆਂ ਨੇ ਨਾਮ ਵਣਜਿਆ। ਬਾਬਾ ਬਾਬਾ ਜੀ ਸਾਧੂਆਂ ਨੇ ਨਾਮ ਵਣਜਿਆ। ਬਾਬਾ ਬਾਬਾ ਜੀ ਸਾਧੂਆਂ ਨੇ ਨਾਮ ਵਣਜਿਆ। ਬਾਬਾ ਬਾਬਾ ਸਾਧੂਆਂ ਨੇ ਨਾਮ ਵਣਜਿਆ।
ਨਾਮ ਬਣਿਆ। ਸੋਨੇ ਚਾਂਦੀ ਦਾ ਵਪਾਰ ਦੁਨੀਆ ਕਰਦੀ ਐ, ਸਾਧੂਆਂ ਨੇ ਨਾਮ ਬਣਿਆ। ਸੋਨੇ ਚਾਂਦੀ ਦਾ ਵਪਾਰ ਦੁਨੀਆ ਕਰਦੀ ਐ, ਸਾਧੂਆਂ ਨੇ ਨਾਮ ਬਣਿਆ। ਸੋਨੇ ਚਾਂਦੀ ਦਾ ਵਪਾਰ ਦੁਨੀਆ ਕਰਦੀ ਐ, ਸਾਧੂਆਂ ਨੇ ਨਾਮ ਬਣਿਆ। ਉਹ ਸੋਨੇ ਚਾਂਦੀ ਦਾ ਵਪਾਰ ਦੁਨੀਆ ਕਰਦੀ ਐ, ਸਾਧੂਆਂ ਨੇ ਨਾਮ ਬਣਿਆ। ਸੋਨੇ ਚਾਂਦੀ ਦਾ ਵਪਾਰ ਦੁਨੀਆ ਕਰਦੀ ਐ, ਸਾਧੂਆਂ ਨੇ ਨਾਮ ਬਣਿਆ। ਨਾਮ ਦਾ ਵਣਜ ਕਰਦੇ ਨੇ ਰੱਬ ਦੇ ਪਿਆਰੇ। ਦੁਨਿਆਵੀ ਲੋਕਾਂ ਕੋਲੋਂ ਦੁਨਿਆਵੀ ਧਨ ਹੈ, ਪਰ ਸਾਧੂਆਂ ਦੇ ਕੋਲ, ਸੰਤਾਂ ਦੇ ਕੋਲ, ਸਤਿਪੁਰਸ਼ਾਂ ਦੇ ਕੋਲ ਉਹਦੇ ਨਾਮ ਵਾਲਾ ਧਨ ਹੁੰਦਾ ਹੈ। ਜਿਨ ਕਰ ਧਨ ਹਰ ਨਾਮਾ, ਮਹਾਰਾਜ ਕਹਿੰਦੇ ਨਾਮ ਦੇ ਖਜ਼ਾਨੇ ਵਾਲੀ ਜਿਹੜੀ ਕੁੰਜੀ ਹੈ ਨਾ, ਉਹ ਸਾਧੂਆਂ ਦੇ ਕੋਲ ਹੈ। ਹੱਥ ਸੰਤਾਂ ਦੇ ਆਈਆਂ ਕੁੰਜੀਆਂ ਨਾਮ ਦੀਆਂ, ਹੱਥ ਸੰਤਾਂ ਦੇ ਆਈਆਂ ਕੁੰਜੀਆਂ ਨਾਮ ਦੀਆਂ। ਹੱਥ ਸੰਤਾਂ ਦੇ ਆਈਆਂ ਕੁੰਜੀਆਂ ਨਾਮ ਦੀਆਂ, ਹੱਥ ਸੰਤਾਂ ਦੇ ਆਈਆਂ ਕੁੰਜੀਆਂ ਨਾਮ ਦੀਆਂ। ਹੱਥ ਸੰਤਾਂ ਦੇ ਆਈਆਂ ਕੁੰਜੀਆਂ ਨਾਮ ਦੀਆਂ। ਕੁੰਜੀਆਂ ਨਾਮ ਦੀਆਂ, ਕੁੰਜੀਆਂ ਨਾਮ ਦੀਆਂ। ਹੱਥ ਸੰਤਾਂ ਦੇ ਆਈਆਂ ਕੁੰਜੀਆਂ ਨਾਮ ਦੀਆਂ, ਹੱਥ ਸੰਤਾਂ ਦੇ ਆਈਆਂ ਕੁੰਜੀਆਂ ਨਾਮ ਦੀਆਂ। ਹੱਥ ਸੰਤਾਂ ਦੇ ਆਈਆਂ ਕੁੰਜੀਆਂ ਨਾਮ ਦੀਆਂ, ਹੱਥ ਸੰਤਾਂ ਦੇ ਆਈਆਂ ਕੁੰਜੀਆਂ ਨਾਮ ਦੀਆਂ। ਹੱਥ ਸੰਤਾਂ ਦੇ ਆਈਆਂ ਕੁੰਜੀਆਂ ਨਾਮ ਦੀਆਂ। ਨਾਮ ਵਾਲੀ ਕੁੰਜੀ ਉਹ ਖਜ਼ਾਨਾ, ਅਨਹਦ ਬਾਣੀ ਪੂੰਜੀ, ਸੰਤਨ ਹੱਥ ਰਾਖੀ ਕੁੰਜੀ। ਕਿਉਂਕਿ ਤਾਰ ਉਹੀ ਸਕਦਾ ਜਿਹੜਾ ਆਪ ਤਰਿਆ ਹੋਏ, ਤੇ ਨਾਮ ਨੂੰ ਜਪਾ ਉਹੀ ਸਕਦਾ ਜਿਨੇ ਪਹਿਲਾਂ ਆਪ ਜਪਿਆ ਹੋਏਗਾ, ਆਪ ਕਮਾਈ ਕੀਤੀ ਹੋਏਗੀ। ਸਾਧੂ ਜਿਨੇ ਆਪਣੇ ਜੀਵਨ ਨੂੰ ਸਾਧਿਆ, ਜਿਨੇ ਆਪਣੇ ਇੰਦਰੀਆਂ ਨੂੰ ਸਾਧਿਆ, ਉਹਨੂੰ ਕਹਿੰਦੇ ਨੇ ਸਾਧੂ। ਕਿਸੇ ਭੇਖ ਦਾ ਨਾਮ ਨਹੀਂ ਕਿ ਚੋਲਾ ਪਾਇਆ, ਦਸਤਾਰ ਬੰਨੀ ਹੈ, ਉਹ ਸਾਧੂ ਹੈ। ਨਹੀਂ ਪਿਆਰਿਓ, ਇੱਕ ਅਵਸਥਾ ਹੈ ਸਾਧੂ ਹੋ ਜਾਣਾ, ਸੰਤ ਹੋ ਜਾਣਾ, ਇੱਕ ਅੰਦਰ ਦੀ ਅਵਸਥਾ ਹੈ। ਇਸੇ ਕਰਕੇ ਹੀ ਆਪਾਂ ਇਹ ਮੰਗਨੇ ਆ ਨਾ
ਪਾਤਸ਼ਾਹ ਜੀ ਦੇ ਕੋਲੋਂ ਅਰਦਾਸ ਦੇ ਵਿੱਚ ਸੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤੇ ਆਵੇ। ਮਾਲਕਾ ਉਹਨਾਂ ਪਿਆਰਿਆਂ ਦਾ ਮੇਲ ਕਰਾ ਜਿਨ੍ਹਾਂ ਦੇ ਮਿਲਿਆ ਤੇਰਾ ਨਾਮ ਚਿੱਤ ਆਵੇ, ਚੇਤੇ ਆਵੇ, ਯਾਦ ਆਵੇ। ਉਹਨੇ ਸ਼ਾਹੂਕਾਰ ਸੀ, ਅਮੀਰ ਬੰਦਾ, ਮਹਾਂਪੁਰਖਾਂ ਦੀ ਸੰਗਤ ਕਰਦਾ ਤੇ ਕਮਾਈ ਵਾਲਿਆਂ ਦੇ ਬਚਨ ਐਸੇ ਹੁੰਦੇ ਨੇ, ਬੋਲੇ ਹੋਏ ਬੋਲ ਹਿਰਦੇ ਤੇ ਜਾ ਕੇ ਵਸਦੇ ਨੇ। ਸੰਗਤ ਕਰਦਿਆਂ ਕਰਦਿਆਂ ਬਚਨ ਸੁਣਦਿਆਂ ਸੁਣਦਿਆਂ ਉੱਤਮ ਸ਼ਲੋਕ ਸਾਧ ਕੇ ਬਚਨ ਅਮਲੀਕ ਲਾਲ ਇਹ ਰਤਨ। ਸਾਧੂ ਦੇ ਜਿਹੜੇ ਬਚਨ ਹੁੰਦੇ ਨੇ ਉਹ ਕਮਾਏ ਹੋਏ ਹੁੰਦੇ ਨੇ। ਜਿਵੇਂ ਬੰਦੂਕ ਦੀ ਗੋਲੀ ਬੰਦੂਕ ਤੋਂ ਬਾਹਰ ਹੈ, ਕੱਲੀ ਗੋਲੀ ਕਿਸੇ ਦੇ ਵਗਾਤੀ ਮਾਰੋਗੇ ਕੋਈ ਜ਼ਖਮ ਨਹੀਂ ਕਰੇਗੀ, ਕੁਛ ਨਹੀਂ ਹੋਏਗਾ। ਪਰ ਉਹੀ ਗੋਲੀ ਨੂੰ ਜੇ ਬੰਦੂਕ ਦੇ ਵਿੱਚ ਪਾ ਕੇ ਨਿਸ਼ਾਨਾ ਲਾਓਗੇ ਫਿਰ ਕੁਛ ਨਹੀਂ ਛੱਡਣਾ ਉਹਨੇ। ਬਾਣੀ ਉਹੀ ਹੈ, ਆਪਾਂ ਵੀ ਪੜ੍ਹਦੇ ਹਾਂ ਪਰ ਅਸਰ ਨਹੀਂ ਹੁੰਦਾ ਮਨ ਤੇ। ਪਰ ਜਦੋਂ ਕੋਈ ਰੱਬ ਦਾ ਪਿਆਰਾ ਸਾਧੂ ਸਤਿਪੁਰਸ਼ ਮਹਾਂਪੁਰਖ ਜਦੋਂ ਬਾਣੀ ਪੜ੍ਹਦਾ, ਬਾਣੀ ਦੇ ਅਰਥ ਕਰਦਾ, ਗੁਰਬਾਣੀ ਦੀ ਵਿਚਾਰ ਕਰਦਾ, ਫਿਰ ਉਹੀ ਬਚਨ ਹਿਰਦੇ ਨੂੰ ਵਿੰਨ੍ਹਦੇ ਨੇ, ਕਿਉਂਕਿ ਉਹਨਾਂ ਨੇ ਕਮਾਏ ਹੋਏ ਹੁੰਦੇ ਨੇ। ਆਪਾਂ ਤੇ ਸੁਣ ਲਿਆ, ਪੜ੍ਹ ਲਿਆ, ਇੱਕ ਕੰਨ ਤੋਂ ਸੁਣਿਆ ਤੇ ਦੂਜੇ ਤੋਂ ਕੱਢ ਦਿੱਤਾ। ਜ਼ਿੰਦਗੀ ਲੰਘ ਚੱਲੀ ਹੈ ਬਾਣੀ ਸੁਣਦਿਆਂ ਪੜ੍ਹਦਿਆਂ, ਪਰ ਸਾਡੇ ਮਨ ਦੇ ਉੱਤੇ ਕੋਈ ਅਸਰ ਹੀ ਨਹੀਂ। ਅਸਰ ਕਿਉਂ ਨਹੀਂ? ਕਿਉਂਕਿ ਮਹਾਰਾਜ ਕਹਿੰਦੇ ਨੇ ਗਾਵਤ ਸੁਨਤ ਕਮਾਵਤ ਨਿਹਾਲ। ਉਹਨਾਂ ਦਾ ਜੀਵਨ ਨਿਹਾਲ ਹੁੰਦਾ ਹੈ ਜਿਹੜੇ ਗਾਉਂਦੇ ਨੇ, ਸੁਣਦੇ ਨੇ ਤੇ ਫਿਰ ਕਮਾਉਂਦੇ ਨੇ ਗੁਰਬਾਣੀ ਨੂੰ ਆਪਣੇ ਜੀਵਨ ਦੇ ਵਿੱਚ। ਮਹਾਂਪੁਰਖਾਂ ਦੇ ਬਚਨ ਉਸ ਸ਼ਾਹੂਕਾਰ ਦੇ ਮਨ ਤੇ ਐਸਾ ਅਸਰ ਹੋਇਆ ਕਿ ਮਨਾ ਸਾਰੀ ਜ਼ਿੰਦਗੀ ਵਿਸ਼ਿਆਂ ਦੇ ਵਿੱਚ ਹੀ ਲੰਘ ਗਈ ਹੈ, ਦੁਨਿਆਵੀ ਧਨ ਇਕੱਠਿਆਂ ਕਰਦਿਆਂ ਹੀ ਲੰਘ ਗਈ ਹੈ। ਦੁਨਿਆਵੀ ਤੌਰ ਤੇ ਬੜੀ ਤਰੱਕੀ ਕੀਤੀ ਹੈ, ਪਰ ਆਤਮਿਕ ਤੌਰ ਤੇ, ਅਧਿਆਤਮਿਕ ਤੌਰ ਤੇ ਮੈਂ ਇੱਕ ਕਦਮ ਵੀ, ਇੱਕ ਪੈਰ ਵੀ ਨਹੀਂ ਆਪਣੀ ਜ਼ਿੰਦਗੀ ਦੇ ਵਿੱਚ ਚੱਲ ਸਕਿਆ। ਮਹਾਂਪੁਰਖਾਂ ਨੂੰ ਉਹਨੇ ਬੇਨਤੀ ਕੀਤੀ। ਜਦੋਂ ਮਹਾਂਪੁਰਖਾਂ ਨੂੰ ਉਹਨੇ ਬੇਨਤੀ ਕੀਤੀ, ਫਿਰ ਸੰਤਾਂ ਨੇ ਇੱਕ ਜੁਗਤੀ ਦੱਸੀ ਕਿ ਉਹ ਕਹਿੰਦਾ ਕਿ ਮਹਾਂਪੁਰਖੋ ਕੋਈ ਐਸੀ ਜੁਗਤੀ ਦੱਸੋ, ਤਰੀਕਾ ਦੱਸੋ ਕਿ ਮੈਨੂੰ ਰੱਬ ਨਾ ਭੁੱਲੇ। ਇਹ ਦੁਨੀਆ ਦੇ ਰੰਗ ਤਮਾਸ਼ੇ ਦੇਖ ਕੇ, ਇਹ ਰੰਗਲੀ ਦੁਨੀਆ ਦੇਖ ਕੇ ਰੱਬ ਭੁੱਲ ਜਾਂਦਾ ਹੈ। ਜਦੋਂ ਤੇ ਸੰਗਤ ਕਰੀਦੀ, ਹੁਣ ਆਪਾਂ ਬੈਠੇ ਆ ਇੱਥੇ, ਸਾਨੂੰ ਰੱਬ ਯਾਦ ਹੈ, ਸਾਡਾ ਧਿਆਨ ਜੁੜਿਆ ਹੋਇਆ ਹੈ, ਉਹ ਵੀ ਵਿਰਲੇ ਨੇ। ਨਹੀਂ ਤੇ ਇੱਥੇ ਬਹਿ ਕੇ ਵੀ ਮਨ ਭੱਜਿਆ ਫਿਰਦਾ, ਘਰਾਂ ਦੇ ਵਿੱਚ, ਕੰਮਾਂ ਦੇ ਵਿੱਚ ਫੁਰਨੇ ਬਣਾਈ ਜਾਂਦਾ ਹੈ। ਕਿਉਂਕਿ ਮਨ ਹੈ ਹੀ ਅਸਲ ਦੇ ਵਿੱਚ ਫੁਰਨੇ ਨੇ, ਸਾਡੇ ਅੰਦਰ ਦੇ ਖਿਆਲ ਨੇ, ਹੋਰ ਤੇ ਕੁਛ ਹੈ ਹੀ ਨਹੀਂ। ਮਹਾਂਪੁਰਖਾਂ ਨੇ ਜੁਗਤੀ ਦੱਸੀ। ਜੁਗਤੀ ਕੀ ਦੱਸੀ? ਜਦੋਂ ਘਰ ਗਿਆ, ਘਰ ਦੇ ਵਿੱਚ ਜਿਹੜੇ ਨੌਕਰ ਨੇ ਨਾ, ਨੌਕਰ ਨੂੰ ਕਹਿਣ ਲੱਗਾ ਉਹ ਸ਼ਾਹੂਕਾਰ ਕੋਲ ਬੁਲਾ ਕੇ ਕਿ ਜਦੋਂ ਮੈਂ ਆਪਣੇ ਪਰਿਵਾਰ ਦੇ ਵਿੱਚ ਬੈਠਾ ਨਾ, ਹੱਸਾਂ ਖੇਡਾਂ, ਤੇ ਤੂੰ ਹੌਲੀ ਜੀ ਆ ਕੇ ਮੇਰੇ ਕੰਨ ਦੇ ਵਿੱਚ ਇਹ ਗੱਲ ਕਹਿਣੀ ਹੈ, ਮੌਤ ਆਉਣ ਵਾਲੀ ਹੈ। ਹੁਣ ਸਾਨੂੰ ਮੌਤ ਭੁੱਲੀ ਹੈ। ਜਿਹਨੂੰ ਮੌਤ ਯਾਦ ਹੋਏਗੀ ਉਹਨੂੰ ਰੱਬ ਵੀ ਯਾਦ ਹੋਏਗਾ। ਅਸੀਂ ਆਪਣੇ ਅੰਤ ਨੂੰ ਭੁੱਲ ਗਏ ਹਾਂ, ਤਾਂ ਹੀ ਸਾਨੂੰ ਬੇਅੰਤ ਭੁੱਲ ਗਿਆ ਨਾ। ਸਾਨੂੰ ਮਰਨਾ ਯਾਦ ਨਹੀਂ, ਤਾਂ ਹੀ ਸਾਨੂੰ ਨਿਰੰਕਾਰ ਚੇਤੇ ਦੇ ਵਿੱਚ ਨਹੀਂ। ਜਦੋਂ ਇਹ ਯਾਦ ਰੱਖਾਂਗੇ ਕਿ ਅਸੀਂ ਤਾਂ ਮੁਸਾਫਰ ਹਾਂ, ਪਲ ਦਾ ਭਰੋਸਾ ਨਹੀਂ, ਇਹ ਸੱਚਾਈ ਹੈ। ਮਹਾਰਾਜ ਕਹਿੰਦੇ ਕਾਹਦਾ ਮਾਣ ਕਰਦਾ ਹੈ ਬੰਦਿਆ, ਐਵੇਂ ਮੇਰੀ ਮੇਰੀ ਕਰੀ ਜਾਣਾ।
कहाँ बिसासा इस भांडे का इतनक लागै ठनका। ये भांडे का कोई वसा थोड़ी है ते मिट्टी है। जदों काल ने आके इनू चोट मारनी है ना, मौत ने आके इनू सट मारनी है इस शरीर रूपी भांडे नू, ते इन्हें टुट जाना, इन्हें बिखर जाना। ये तो मिट्टी है, कादा मान। सारी जिंदगी मेरी 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 आपा करने आ भी मेरा ओ भी मेरा, मेरा परिवार, मेरे बच्चे, मेरी जायदाद, मेरा घर। जिहड़ा घर तू कहना है ना मेरा, ते बाबा फरीद साहब जी कहते ने, सेख हयाती जग ना कोई थिर रहा, जिस आसन हम बैठे किते बैस गया। जिस आसन ते जिस घर दे विच तू बैठा है, इत्थे पता नहीं किन्ने कू हो के चले गए। तेरे तो पहला इस घर दे विच तेरा दादा रहिंदा सी, पड़दादा रहिंदा सी, तेरे वड्डे वडेरे पता नहीं किन्ने कू लद गए इस संसार तो। याद रख, ये संसार मुसाफर खाना, तू मुसाफर है। ते मुसाफर दा कोई पक्का टिकाना नहीं हुंदा। मुसाफर 2-4 दिनां दा परोना हुंदा है। सफर कट के ते एक दिन जिथों आए आ, जिस मालिक ने भेजिया उहदे कोल वापस जाना है। पातशाह जी दे बचन घल्ले आवे नानका, सद्दे उठी जाए। घल्ले होए आए आ, जदों सद्दा आ गया फिर उठ चलना है। कादा मान। सो सेठ कहन लगा, शाहूकार कहन लगा, भाई जदों मैं परिवार दे विच बैठा हस्सां खेडां बच्चियां दे नाल, तू मेरे कंन दे विच आके कहना मौत आउण वाली है। या जदों प्रशादा छकन लगा, तरह तरह दे मैं स्वादले भोजन छका, पदार्थ छका, उदों भी आके कहना मौत आउण वाली है। या जदों मैं कंमां दे विच ज़्यादा खचत हो जा, उदों मैनू आके कंन दे विच तुसीं ये कह दिया करिया जे मौत आउण वाली है। नौकरां ने उदां ही कीता जी। उन्हें परिवार दे विच बहना, उच्ची उच्ची हसन लगना, बच्चियां दे विच आके कह देना मौत आउण वाली है। मौत दा नाम सुन के उन्हें गंभीर हो जाना ते उहदा ध्यान रब दे नाल जुड़ जाना। जे जदों उन्हें भोजन छकना, ਆਪਾਂ ਕਹਿੰਦੇ ਨਾ ਅੱਜ ਆਪਾਂ ਆ ਖਾਣਾ ਹੈ, ਅੱਜ ਆ ਬਣਾਓ। ਸਵੇਰੇ ਅਜੇ ਆਪਾਂ ਖਾਣੇ ਹੁੰਨੇ ਆ ਤੇ ਕਈ ਵਾਰ ਇਹ ਪੁੱਛਨੇ ਆ ਸ਼ਾਮ ਨੂੰ ਕੀ ਬਣਾਉਣਾ। ਇਹ ਵੀ ਇੱਕ ਰਸ ਹੈ। ਤੇ ਜਦੋਂ ਉਹਨੇ ਭੋਜਨ ਛਕਣਾ, ਜਦੋਂ ਨੌਕਰਾਂ ਨੇ ਆ ਕੇ ਕਹਿਣਾ ਕਿ ਮੌਤ ਆਉਣ ਵਾਲੀ ਹੈ, ਉਹਨੇ ਫਿਰ ਗੰਭੀਰ ਹੋ ਜਾਣਾ। ਉਹਨੇ ਸ਼ੁਕਰ ਕਰਨਾ ਕਿ ਮਾਲਕਾ ਤੇਰਾ ਸ਼ੁਕਰ ਹੈ, तेरा दिता होया भोजन छक रहे हैं। एक जुगती दसी, उस जुगती दे नाल की होया, उहदे जीवन दे विच इन्ना बदलाव आया, जिथे उहदी सुरत पदार्थां दे विच जुड़ी हुई सी, परिवार दे विच जुड़ी हुई सी। हौली 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 ध्यान जिहड़ा वो रब दे नाल जुड़ गया। गल ध्यान दी है। ਕਹਿੰਦੇ ਨੇ ਨਾ ਸਿਮਰਨ ਤੇ ਸਾਡੇ ਸਾਰਿਆਂ ਦੇ ਅੰਦਰ ਚੱਲਦਾ ਪਿਆ। ਸਿਮਰਨ ਅਸਲ ਦੇ ਵਿੱਚ ਕੀ ਹੈ? ਯਾਦ। ਸਾਡੇ ਸਾਰਿਆਂ ਦੇ ਅੰਦਰ ਚੱਲਦਾ ਪਿਆ ਸਿਮਰਨ। ਬਹੁਤਾਤ ਸੰਸਾਰ ਦੇ ਵਿੱਚ ਉਹਨਾਂ ਲੋਕਾਂ ਦੀ ਹੈ ਜਿਨ੍ਹਾਂ ਦੇ ਅੰਦਰ ਸੰਸਾਰ ਦਾ ਸਿਮਰਨ ਚੱਲਦਾ ਪਿਆ, ਪਰ ਬਿਰਲੇ ਨੇ, ਥੋੜੇ ਨੇ ਜਿਨ੍ਹਾਂ ਦੇ ਅੰਦਰ ਨਿਰੰਕਾਰ ਦਾ ਸਿਮਰਨ ਚੱਲਦਾ ਪਿਆ। क्यों आख्या कि वार वार गुरु मंत्र जपो, जपदियां 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 अंदर फिर याद परपक्क हो जाती है। जिथे संसार की याद चलती है, जो सवास सवास गुरु मंत्र जपोगे, मूल मंत्र जपोगे, जपदियां 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 फिर होएगा कि उस परमेश्वर का नाम जपदियां जपदियां एक दिन परमेश्वर तक आप पहुँच जावांगे।
ਐਸੀ ਬਖਸ਼ਿਸ਼ ਹੈ ਪਰਮੇਸ਼ਵਰ ਦੇ ਨਾਮ ਦੇ ਵਿੱਚ, ਜਿਹੜਾ ਗੁਰੂ ਮੰਤਰ ਸਾਡੇ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ, ਵਾਹਿਗੁਰੂ ਜਪ ਕੇ ਵੇਖੋ ਆਪਣੀ ਜ਼ਿੰਦਗੀ ਦੇ ਵਿੱਚ, ਪ੍ਰੈਕਟੀਕਲ ਕਰਕੇ ਵੇਖੋ। ਤੇ ਇੱਕ ਦਿਨ ਕੀ ਹੋਇਆ, ਉਹ ਸ਼ਾਹੂਕਾਰ ਨਾ ਸ਼ੀਸ਼ੇ ਦੇ ਅੱਗੇ ਖਲੋ ਗਿਆ, ਤਿਆਰ ਹੋਣ ਲੱਗਾ। ਪਹਿਲਾਂ ਉਹ ਜਵਾਨ ਸੀ, ਹੁਣ ਥੋੜਾ ਥੋੜਾ ਸਰੀਰ ਤੇ ਵਡੇਪਾ ਆਇਆ, ਜਿਹੜੇ ਕੇਸ ਕਾਲੇ ਸਨ ਉਹ ਚਿੱਟੇ ਹੋਣੇ ਸ਼ੁਰੂ ਹੋ ਗਏ। ਚਿੱਟੇ ਹੋਣੇ ਜਦੋਂ ਸ਼ੁਰੂ ਹੋ ਗਏ, ਉਹਨੇ ਆਪਣੇ ਨੌਕਰਾਂ ਨੂੰ ਆਵਾਜ਼ ਮਾਰੀ, ਕਹਿੰਦੇ ਆਓ। ਕਹਿੰਦੇ ਸਾਰੇ ਨੌਕਰ ਉਹਨੇ ਇਕੱਠੇ ਕਰ ਲਏ। ਨੌਕਰ ਡਰਦੇ ਨੇ, ਉਹ ਕਹਿੰਦੇ ਸਾਡੇ ਕੋਲ ਕੋਈ ਗਲਤੀ ਹੋ ਗਈ, ਕੋਈ ਗੁਸਤਾਖੀ ਹੋ ਗਈ। ਕਹਿੰਦੇ ਨਹੀਂ, ਜਿਹੜੀ ਰੋਜ਼ ਤੁਸੀਂ ਗੱਲ ਮੈਨੂੰ ਯਾਦ ਕਰਾਉਂਦੇ ਸੋ ਨਾ ਕਿ ਮੌਤ ਆਉਣ ਵਾਲੀ ਹੈ, ਹੁਣ ਮੈਨੂੰ ਚੇਤੇ ਨਾ ਕਰਾਇਓ। ਕਹਿੰਦੇ ਕਿਉਂ? ਕਹਿੰਦੇ ਹੁਣ ਮੈਨੂੰ ਆਪਣੇ ਆਪ ਨੂੰ ਵੇਖ ਕੇ, ਇਹ ਜਿਹੜੇ ਮੇਰੇ ਕੇਸ ਨੇ ਹੁਣ ਰੰਗ ਬਦਲਦੇ ਪਏ ਨੇ, ਕਾਲੇ ਤੋਂ ਹੁਣ ਚਿੱਟੇ ਆ ਰਹੇ ਨੇ, ਇਹ ਰੱਬ ਦੀਆਂ ਚਿੱਠੀਆਂ ਆ ਰਹੀਆਂ ਨੇ ਕਿ ਤੇਰਾ ਸਮਾਂ ਨੇੜੇ ਆ ਗਿਆ। ਆਖੋ ਸਤਨਾਮ। ਗੱਲ ਤੇ ਸਾਡੀ ਸੋਚਦੀ ਹੈ ਨਾ। ਹੁਣ ਕਈ ਐਸੇ ਨੇ ਜਿਹੜੇ ਚਿੱਟਿਆਂ ਨੂੰ ਵੀ ਕਾਲੇ ਕਰੀ ਜਾਂਦੇ ਨੇ। ਇਹ ਤੇ ਪਿਆਰਿਓ ਰੱਬ ਵੱਲੋਂ ਸਾਨੂੰ ਇੱਕ ਸੰਕੇਤ ਦਿੱਤਾ ਜਾਂਦਾ, ਜਦੋਂ ਕਾਲਿਆਂ ਤੋਂ ਚਿੱਟੇ ਹੋਣ ਲੱਗ ਪੈਣ, ਮਹਾਰਾਜ ਇਹ ਸੰਕੇਤ ਦਿੰਦੇ ਨੇ, ਭਾਈ ਹੁਣ ਤੂੰ ਆਪਣੇ ਕਰਮ ਵੀ ਕਾਲਿਆਂ ਤੋਂ ਚਿੱਟੇ ਕਰ ਲੈ। ਹੁਣ ਉਹ ਸਮਾਂ ਨੇੜੇ ਆਉਣ ਵਾਲਾ ਹੈ, ਦਿਨ ਨੇੜੇ ਆਉਣ ਵਾਲਾ ਹੈ। ਦਿਨ ਥੋੜੜੇ ਥੱਕੇ ਭਇਆ ਪੁਰਾਣਾ ਚੋਲਾ। ਪਰ ਭਰੋਸਾ ਕੋਈ ਨਹੀਂ ਕਿ ਆਪਾਂ ਕਹੀਏ ਕਿ ਬੁੱਢੇ ਹੋ ਕੇ ਹੀ ਮਰਾਂਗੇ। ਨਾ ਭਾਈ, ਇਹ ਤਾਂ ਉਹਦੇ ਹੱਥ ਹੈ। ਜਿੰਨੀ ਲਿਖਾ ਕੇ ਆਏ ਆ, ਮਹਾਰਾਜ ਕਹਿੰਦੇ ਮਰਨ ਲਿਖਾਏ ਮੰਡਲ ਮੇ ਆਏ। ਮਹਾਰਾਜ ਕਹਿੰਦੇ ਪਹਿਲਾਂ ਲਿਖਾ ਕੇ ਫਿਰ ਆਏ ਆ ਸੰਸਾਰ ਦੇ ਵਿੱਚ। ਪਹਿਲਾਂ ਉੱਥੇ ਲਿਖਾ ਕੇ ਆਏ ਆ ਕਿ ਇੰਨੀ ਜਾ ਤੈਨੂੰ ਇੰਨੇ ਸਾਹ ਦਿੱਤੇ, ਜਾ ਕੇ ਨਾਮ ਜਪ, ਚੰਗੇ ਕਰਮ ਕਰ, ਗਰੀਬਾਂ ਦੀ ਮਦਦ ਕਰੀ, ਹੈਲਪ ਕਰੀ, ਲੋੜਵੰਦਾਂ ਦੀ ਸਹਾਇਤਾ ਕਰੀ, ਚੰਗੇ ਕਰਮ ਕਰੀ। ਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇੱਕ ਗੱਲ ਚੇਤੇ ਰੱਖ, ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗਹਿ ਆਏ। ਕੀਤੇ ਹੋਏ ਚੰਗੇ ਕਰਮਾਂ ਨੇ ਕੰਮ ਹੋਣਾ, ਕਿਸੇ ਰਿਸ਼ਤੇ ਨੇ ਨਾਲ ਨਹੀਂ ਨਿਭਣਾ। ਹੁਣ ਇਹ ਨੈਗੇਟਿਵ ਨਾ ਲੈ ਜਾਓ ਕਿ ਅਸੀਂ ਹੁਣ ਰਿਸ਼ਤੇ ਹੀ ਛੱਡ ਦਈਏ, ਪਰਿਵਾਰ ਛੱਡ ਦਈਏ, ਬੱਚੇ ਛੱਡ ਦਈਏ। ਸਾਡਾ ਬਾਬਾ ਨਾਨਕ ਕਹਿੰਦਾ ਹਿਰਦੇ ਨਾਮ ਵਸਾਇਓ, ਕਰ ਬੈਠੇ ਗੁਰੂ ਤੇ ਆਇਓ। ਇੰਨੇ ਕੁ ਤਰੀਕੇ ਮਹਾਰਾਜ ਦੱਸ ਕੇ ਗਏ ਨੇ ਕਿ ਇੱਦਾਂ ਸੰਸਾਰ ਦੇ ਵਿੱਚ ਰਹਿਣਾ ਹੈ, ਇੱਦਾਂ ਪਰਿਵਾਰ ਦੇ ਵਿੱਚ ਰਹਿਣਾ ਹੈ, ਇੱਦਾਂ ਜ਼ਿੰਮੇਵਾਰੀਆਂ ਨਿਭਾਉਣੀਆਂ ਨੇ। ਸੋ ਸਾਧ ਸੰਗਤ ਜੀ, ਇੰਨੀਆਂ ਕੁ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਸਤਿਗੁਰੂ ਜੀ ਕਿਰਪਾ ਕਰਨ। ਜਿੱਥੇ ਆਪਾਂ ਲੋੜਾਂ ਕਰਕੇ ਗੁਰਦੁਆਰੇ ਦੇ ਵਿੱਚ ਆਉਂਦੇ ਆ, ਗੁਰੂ ਘਰ ਆਉਂਦੇ ਆ, ਮਹਾਂਪੁਰਖਾਂ ਦੀ ਸੰਗਤ ਕਰਦੇ ਆ, ਉੱਤੇ ਥੋੜਾ ਥੋੜਾ ਸਵਾਰਥ ਤੋਂ ਪਰਮਾਰਥ ਵਾਲੇ ਪਾਸੇ ਵੀ ਚੱਲੀਏ। ਗੁਰੂ ਦੇ ਕੋਲੋਂ ਸਿੱਖੀ ਦੀ ਦਾਤ ਮੰਗੀਏ, ਨਾਮ ਦੀ ਦਾਤ ਮੰਗੀਏ। ਸਤਿਗੁਰੂ ਜੀ ਕਿਰਪਾ ਕਰਨ। ਪਵਿੱਤਰ ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਆਪ ਜੀ ਨੇ ਖਿਮਾ ਬਖਸ਼ਿਸ਼ ਕਰਨੀ। ਸਤਿਗੁਰੂ ਜੀ ਬਖਸ਼ੰਦ ਪਿਤਾ ਹਨ, ਆਪ ਸੰਗਤਾਂ ਬਖਸ਼ਨਹਾਰੋ ਬਖਸ਼ ਲੈਣਾ ਜੀ। ਇਹ ਅਰਦਾਸ ਕਰਨੀ ਸਤਿਗੁਰੂ ਜੀ ਅੱਗੇ ਤੋਂ ਸੁਮਤ ਬਖਸ਼ਿਸ਼ ਕਰਨ। ਇਹ ਜਨਮ ਬੜਾ ਅਮੋਲਕ ਹੈ, ਸਮੇਂ ਨੂੰ ਸੰਭਾਲੀਏ। ਨਿਆਰਾ ਪਿਆਰਾ ਪੰਥ ਸਾਡੇ ਸਤਿਗੁਰੂ ਜੀ ਨੇ, ਕਲਗੀਧਰ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਮਹਾਂਪੁਰਖਾਂ ਵੱਲੋਂ ਇਹੀ ਬੇਨਤੀ ਆਪ ਸੰਗਤ ਦੇ ਚਰਨਾਂ ਵਿੱਚ ਪਾਈ। ਉਹਨਾਂ ਦੇ ਵੱਡੇ ਭਾਗ ਹਨ ਜਿਹੜੇ ਗੁਰੂ ਵਾਲੇ ਬਣੇ ਹਨ, ਸਿੰਘ ਸਜੇ ਹੋਏ ਹਨ। ਜਿਹੜੇ ਅਜੇ ਤੱਕ ਗੁਰੂ ਵਾਲੇ ਨਹੀਂ ਬਣੇ, ਭਾਈ ਗੁਰੂ ਵਾਲੇ ਬਣੋ, ਬਾਣੀ ਬਾਣੇ ਦੇ ਧਾਰਨੀ ਹੋਵੋ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਲੜ ਲੱਗ ਕੇ, ਗੁਰੂ ਗੁਰੂ ਜਪ ਕੇ ਆਪਣਾ ਇਹ ਮਨੁੱਖਾ ਜਨਮ ਸਫਲ ਬਣਾਈਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਅਖਾੜਾ ਸਾਹਿਬ ਜੀ ਦੇ ਵਿੱਚ
ਚੱਲ ਰਹੀਆਂ ਸੇਵਾਵਾਂ ਦੇ ਵਿੱਚ ਮਹਾਂਪੁਰਖਾਂ ਵੱਲੋਂ ਬੇਨਤੀ ਹੈ, ਤਨ ਮਨ ਧਨ ਕਰਕੇ ਆਪ ਸਾਰੀਆਂ ਸੰਗਤਾਂ ਨੇ ਹਿੱਸੇ ਪਾਉਣੇ। ਜਿੱਥੇ ਦੇਸ਼ ਦੀਆਂ ਸੰਗਤਾਂ ਤੇ ਉੱਥੇ ਵਿਦੇਸ਼ ਦੀਆਂ ਸੰਗਤਾਂ ਵੀ ਲਾਈਵ ਪ੍ਰੋਗਰਾਮ ਹਰ ਐਤਵਾਰ, ਵਿਦੇਸ਼ਾਂ ਦੇ ਵਿੱਚ ਵੀ ਸੰਗਤਾਂ ਲਾਈਵ ਪ੍ਰੋਗਰਾਮ ਦਾ ਆਨੰਦ ਮਾਣਦੀਆਂ ਹਨ। ਵਿਦੇਸ਼ ਦੀਆਂ ਸੰਗਤਾਂ ਦਾ ਵੀ ਧੰਨਵਾਦ, ਕੋਟਾਨ ਕੋਟ ਧੰਨਵਾਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਨੇ ਇਹੋ ਜਿਹਾ ਵਡਭਾਗ ਸਮਾਂ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤਾ। ਤੇ ਇਹ ਹਮੇਸ਼ਾ ਇਹ ਅਰਜ਼ ਕਰਦੇ ਰਹੀਏ, ਸਤਿਗੁਰੂ ਜੀ ਦੇ ਚਰਨਾਂ ਵਿੱਚ ਮਹਾਰਾਜ ਕਿਰਪਾ ਕਰਿਓ। ਕਿ ਬਾਰ-ਬਾਰ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਸਮਾਂ ਮਿਲਦਾ ਰਵੇ, ਸਤਸੰਗ ਕਰਨ ਦਾ, ਹਰ ਜਸ ਕਰਨ ਦਾ, ਗੁਰੂ ਦੇ ਗੁਣਾਂ ਨੂੰ ਗਾਉਣ ਦਾ।